श्री वाहिगुरु साहिब जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। तुम दाते ठाकुर प्रतिपालक नायक खसम हमारे निमख निमख तुम ही प्रतिपाला हो। हम बारिक तुमरे तारे जिहवा एक कवन गुण कहिए बेसुमार बेअंत सुआमी तेरो अंत ना किन्ही लहिए। कहा बुद्ध प्रभ तुच्छ हमारी बरन सकै महिमा जो तिहारी। हम न सकत कर सिफत तुम्हारी आप ले हो तुम कथा सुधारी। हम न सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जीओ। आसा महला तीजा। आसा आस करे सब कोई हुक्म बूझै निराशा होई। आसा बिच सुते कई लोई जो जागै जागावै सोई। सतगुर नाम बुझाया विण नावै भुख न जाई। नामे तृष्णा अग्न बुझै नाम मिलै तिसै रजाई। आसा आस करे सब कोई। वाहिगुरु जी का खालसा वाहिगुरु जी की फतेह।
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਦਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਰਸਨਾ ਤੋਂ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਆਸਾ ਆਸ ਕਰੇ ਸਭ ਕੋਈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 423 ਅੰਗ ਤੇ ਪਾਵਨ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹਜ਼ੂਰ ਕਹਿੰਦੇ ਹਨ ਕਿ ਸੰਸਾਰ ਦੇ ਅੰਦਰ ਹਰ ਇੱਕ ਜੀਵ ਕੋਈ ਨਾ ਕੋਈ ਆਸਾ ਕਰੀ ਬੈਠਾ ਹੈ। ਮਨ ਦੇ ਅੰਦਰ ਕੋਈ ਨਾ ਕੋਈ ਆਸ ਲਗਾ ਕੇ ਬੈਠਾ ਹੈ। ਜਿੰਨੇ ਵੀ ਸੰਸਾਰ ਭਰ ਦੇ ਤਮਾਮ ਜੀਵ ਹਨ, ਕੋਈ ਵਿਰਲਾ ਹੀ ਐਸਾ ਹੈ ਜੋ ਨਿਰਾਸ਼ਾ ਹੋ ਕਰਕੇ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਨਿਰਾਸ਼ਾ ਇਹ ਨਹੀਂ ਕਿ ਹਰ ਸਮੇਂ ਝੂਰਦੇ ਰਹਿਣਾ। ਨਿਰਾਸ਼ਾ ਦਾ ਅਰਥ ਇਹ ਨਹੀਂ ਕਿ ਹਰ ਸਮੇਂ ਚਿੰਤਾ ਦੇ ਕਰਕੇ ਦੁਖੀ ਹੁੰਦੇ ਰਹਿਣਾ। ਨਿਰਾਸ਼ਾ ਤੋਂ ਭਾਵ ਸੰਸਾਰ ਦੀਆਂ ਆਸਾਂ ਛੱਡ ਕੇ ਅਕਾਲ ਪੁਰਖ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ। ਸੰਸਾਰ ਦੀਆਂ ਸਭ ਆਸਾਂ ਸੰਸਾਰ ਦੀਆਂ ਸਭ ਤ੍ਰਿਸ਼ਨਾਵਾਂ ਨੂੰ ਛੱਡ ਕਰਕੇ ਪਰਮਾਤਮਾ ਦੇ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ। ਹਜ਼ੂਰ ਫਰਮਾਉਂਦੇ ਨੇ ਆਸਾ ਆਸ ਕਰੇ ਸਭ ਕੋਈ। ਹਰ ਇੱਕ ਜੀਵ ਕੋਈ ਨਾ ਕੋਈ ਆਸ ਕਰਕੇ ਸੰਸਾਰ ਦੇ ਅੰਦਰ ਬੈਠਾ ਹੋਇਆ ਹੈ। ਭਾਵੇਂ ਸਾਧ ਸੰਗਤ ਜੀ ਸੰਸਾਰ ਦੇ ਜੀਵ ਹਨ, ਭਾਵੇਂ ਦੈਵੀ ਸ਼ਕਤੀਆਂ ਨੇ, ਦੇਵੀ ਦੇਵਤਿਆਂ ਦਾ ਜਿਹੜੀ ਸੰਸਾਰ ਦੇ ਜੀਵ ਪੂਜਨ ਕਰਦੇ ਹੈ, ਉਹ ਵੀ ਆਸਾ ਲਗਾ ਕਰਕੇ ਬੈਠੇ ਹਨ ਕਿ ਸਾਡਾ ਪੂਜਨ ਕਰਦੇ ਹੈ। ਸੰਸਾਰ ਦੇ ਲੋਕ ਸਾਡੀ ਪੂਜਾ ਕਰਨ। ਜਿਸ ਕੋਲ ਜਿੱਦਾਂ ਦੀ ਦੈਵੀ ਸ਼ਕਤੀ ਹੈ ਉਸੇ ਅਨੁਸਾਰ ਉਹ ਮਨ ਵਿੱਚ ਆਸ ਲਗਾਈ ਬੈਠਾ ਕਿ ਸੰਸਾਰ ਦੇ ਲੋਕ ਜਦੋਂ ਮੇਰੇ ਕੋਲ ਦਾਤਾ ਮੰਗਣਗੇ ਮੇਰਾ ਪੂਜਨ ਕਰਨਗੇ, ਮੇਰੀ ਪੂਜਾ ਕਰਨਗੇ, ਮੇਰੀ ਮਨੌਤ ਕਰਨਗੇ। ਇਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਵੀ ਦੇਵਤੇ ਵੀ ਆਸਾਂ ਲਗਾ ਕਰਕੇ ਬੈਠੇ ਹੋਏ ਹੈ। ਔਰ ਇਸੇ ਪ੍ਰਕਾਰ ਕੋਈ ਵਿਰਲੀ ਇਹ ਰੱਬੀ ਰੂਹ ਹੁੰਦੀ ਹੈ ਜਿਹੜੀ ਸੰਸਾਰ ਦੀ ਮੋਹ ਮਮਤਾ ਵਿੱਚ ਰਹਿ ਕੇ ਵੀ ਮਾਇਆ ਦੀ ਪ੍ਰਬਲਤਾ ਵਿੱਚ ਰਹਿੰਦੇ ਹੋਏ ਵੀ ਨਿਰਾਸ਼ਾ ਹੋ ਕਰਕੇ ਰਹਿੰਦੀ ਹੈ। ਸੰਸਾਰ ਦੀ ਕੋਈ ਵੀ ਮਨ ਦੇ ਅੰਦਰ ਆਸ ਨਹੀਂ ਧਾਰਨ ਕੀਤੀ, ਕਿਉਂਕਿ ਜਦੋਂ ਤੱਕ ਮਨੁੱਖ ਦੀ ਆਸ ਪੂਰੀ ਹੋਈ ਜਾਂਦੀ ਉਦੋਂ ਤੱਕ ਬੜਾ ਪ੍ਰਸੰਨ ਰਹਿੰਦਾ, ਖੁਸ਼ ਹੁੰਦਾ। ਜਦੋਂ ਆਸ ਪੂਰੀ ਨਾ ਹੋਵੇ ਤੇ ਫਿਰ ਚਿੰਤਾ ਕਰਕੇ ਦੁਖੀ ਹੁੰਦਾ। ਫਿਰ ਮਨ ਬਾਰ-ਬਾਰ ਝੂਰਦਾ ਰਹਿੰਦਾ ਜਾਂ ਕਿਸੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਕਿ ਮੇਰੀ ਆਸ ਨਹੀਂ ਮਨ ਦੀ ਪੂਰੀ ਹੋਈ। ਮਹਾਰਾਜ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ ਕਿ ਆਸਾ ਕਿ ਇੱਦਾਂ ਦੀ ਸ਼ਕਤੀ ਹੈ, ਭਾਵੇਂ ਸਾਰਾ ਸੰਸਾਰ ਦੀ ਆਸ ਕੋਈ ਨਾ ਕੋਈ ਮਨ ਦੇ ਅੰਦਰ ਲਾਈ ਬੈਠਾ ਹੈ। ਆਸਾ ਕਦੇ ਵੀ ਮੁੱਕਦੀ ਨਹੀਂ। ਸੰਸਾਰ ਆਸਾਂ ਲਾਉਂਦਾ ਲਾਉਂਦਾ ਮੁੱਕ ਜਾਂਦਾ ਹੈ।
ਹਜੂਰ ਦੇ ਬਚਨ ਹਨ, ਆਸਾ ਕਰਤਾ ਜਗ ਮੁਆ, ਆਸਾ ਮਰੈ ਨ ਜਾਏ। ਜਿਹੜੀ ਸੰਸਾਰ ਦੀ ਧਨ ਪਦਾਰਥਾਂ ਦੀ ਆਸਾ ਲਗਾ ਕਰਕੇ ਬੈਠਣਾ ਹੈ, ਸੰਸਾਰ ਨੂੰ ਹਰ ਸਮੇਂ ਯਾਦ ਕਰਨਾ ਹੈ, ਪਰਮਾਤਮਾ ਨੂੰ ਵਿਸਾਰ ਕੇ ਕੇਵਲ ਸੰਸਾਰ ਦੇ ਅੰਦਰ ਹੀ ਖੁੱਭੇ ਰਹਿਣਾ ਹੈ, ਮਹਾਰਾਜ ਕਹਿੰਦੇ ਉਹ ਕਦੇ ਆਸਾ ਕਦਾਚਿਤ ਵੀ ਜੀਵ ਦੀ ਮੁੱਕ ਨਹੀਂ ਸਕਦੀ। ਜੇ ਸੰਸਾਰ ਦੀ ਆਸਾ ਮਾਰ ਕੇ ਪਰਮਾਤਮਾ ਦੇ ਦੀਦਾਰ ਕਰਨੇ ਦੀ ਮਨ ਵਿੱਚ ਆਸਾ ਲਗਾ ਲੈਂਦਾ, ਫਿਰ ਸੰਸਾਰ ਦੇ ਮਾਇਆ ਦੀ ਸੁੱਖਾਂ ਦੀ ਆਸਾਂ ਹਿਰਦਿਓਂ ਖਤਮ ਹੋ ਜਾਂਦੀਆਂ, ਸੰਸਾਰ ਦੇ ਵੱਲੋਂ ਨਿਰਾਸ਼ਾ ਹੋ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਜੀਵ ਨਹੀਂ, ਸੰਸਾਰ ਭਰ ਦੇ ਤਮਾਮ ਜਿਹੜੇ ਜੀਵ ਜੰਤੂ ਹੈ, ਮਨ ਦੇ ਅੰਦਰ ਆਸਾ ਲਗਾ ਲਗਾ ਕਰਕੇ ਬੈਠੇ ਹੋਏ ਹੈ। ਆਸ ਕਰੇ ਸਭ ਕੋਈ। ਜਿਸ ਸਮੇਂ ਸਾਧ ਸੰਗਤ ਜੀ ਜੋ ਪਾਂਡਵਾਂ ਨੇ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ ਸੀ ਨਾ ਕਿ ਅਸੀਂ ਜਗ ਕਰਨਾ, ਜਗ ਦੀ ਸਫਲਤਾ ਦੇ ਵਾਸਤੇ ਕਿੰਨਾ ਯਤਨ ਕੀਤਾ ਗਿਆ ਸੀ, ਸਭ ਨੂੰ ਨਿਉਂਦਾ ਦਿੱਤਾ ਗਿਆ, ਪਰ ਕੇਵਲ ਵਾਲਮੀਕ ਜੀ ਨੂੰ ਨਹੀਂ ਸੀ ਬੁਲਾਇਆ ਗਿਆ, ਨੀਵੀਂ ਜਾਤ ਦਾ ਜਾਣ ਕਰਕੇ। ਪਰ ਉਹ ਵੀ ਮਨ ਵਿੱਚ ਆਸ ਲਗਾ ਕਰਕੇ ਬੈਠ ਗਿਆ ਕਿ ਜਦੋਂ ਤੱਕ ਮੈਨੂੰ 101 ਜਿਹੜਾ ਜੱਗ ਹੈ ਉਹਦਾ ਫਲ ਦਾ ਪ੍ਰਾਪਤ ਨਾ ਹੋਵੇਗਾ, ਉਦੋਂ ਤੱਕ ਮੈਂ ਵੀ ਇਹਨਾਂ ਦੇ ਜੱਗ ਵਿੱਚ ਜਾਣ ਵਾਲਾ ਨਹੀਂ ਹਾਂ। ਤੇ ਸਾਧ ਸੰਗਤ ਜੀ ਭਾਵੇਂ ਕਿੰਨਾ ਯਤਨ ਕੀਤਾ ਸੀ ਬੁਲਾਉਣ ਦਾ, ਪਰ ਕਿਸੇ ਵੀ ਬੁਲਾਇਆ ਨਹੀਂ ਸੀ ਆਵਣਾ ਕੀਤਾ। ਜਦੋਂ ਕ੍ਰਿਸ਼ਨ ਭਗਵਾਨ ਜੀ ਨੂੰ ਪੁੱਛਿਆ ਕਿ ਜੱਗ ਦੀ ਸਫਲਤਾ ਕਿਉਂ ਨਹੀਂ ਹੋਈ, ਕਹਿੰਦੇ ਕੋਈ ਨਿਰਾਸ਼ਾ ਜਿਹੜਾ ਜੀਵ ਹੈ ਨਾ, ਸੰਸਾਰ ਦੀ ਆਸਾਂ ਜਿਹਦੀਆਂ ਖਤਮ ਹੋ ਗਈਆਂ ਨੇ, ਉਹ ਤੁਹਾਡੇ ਜੱਗ ਵਿੱਚ ਆਉਣ ਰਹਿ ਗਏ, ਇਸੇ ਕਰਕੇ ਤੁਹਾਡੇ ਜੱਗ ਦੀ ਸਫਲਤਾ ਨਹੀਂ ਹੋਵਣਾ ਕੀਤੀ। ਤੇ ਸਾਧ ਸੰਗਤ ਜੀ ਜਿਸ ਸਮੇਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਅੰਦਰ ਬਚਨ ਆਉਂਦਾ ਹੈ ਕਿ ਜਦੋਂ ਸੰਸਾਰ ਦੀਆਂ ਆਸਾਂ ਜੀਵ ਦੀਆਂ ਖਤਮ ਹੋ ਜਾਂਦੀਆਂ ਨੇ, ਸੰਸਾਰ ਦੇ ਵੱਲੋਂ ਨਿਰਾਸ਼ਾ ਹੋ ਕੇ ਫਿਰ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ। ਸੰਸਾਰ ਦੇ ਵੱਲੋਂ ਨਿਰਾਸ਼ਾ ਹੋ ਕਰਕੇ ਨਾ ਸੰਸਾਰ ਦੇ ਪਦਾਰਥਾਂ ਦੀ ਆਸ ਰਹਿੰਦੀ ਹੈ, ਨਾ ਸੰਸਾਰ ਦੀ ਲੰਬੀ ਜ਼ਿੰਦਗੀ ਮਾਣਨ ਦੀ ਮਨ ਵਿੱਚ ਆਸਾ ਰਹਿੰਦੀ ਹੈ, ਕਿਸੇ ਪ੍ਰਕਾਰ ਦੀ ਮਨ ਵਿੱਚ ਕੋਈ ਆਸਾ ਨਹੀਂ ਹੈ। ਰਾਜ ਭਾਗ ਆਦਿਕ ਵੱਡੇ ਵੱਡੇ ਤਖਤਾਂ ਦੀ ਪ੍ਰਾਪਤੀ ਦੀ ਕਿਸੇ ਵੀ ਤਰ੍ਹਾਂ ਦੀ ਮਨ ਅੰਦਰ ਕੋਈ ਆਸਾ, ਕਿਸੇ ਤਰ੍ਹਾਂ ਦੀ ਤਮਾ ਨਹੀਂ ਰਹਿਣਾ ਕਰਦੀ। ਫਿਰ ਸੰਸਾਰ ਦੇ ਵੱਲੋਂ ਮਰ ਜਾਣਾ ਕਰਦਾ, ਪਰਮਾਤਮਾ ਦੇ ਵੱਲ ਹੋ ਕਰਕੇ ਜਿਉਂਦਾ ਹੈ, ਸੰਸਾਰ ਦੇ ਵੱਲੋਂ ਮਰ ਜਾਂਦਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਆਸ ਕਰੇ ਸਭ ਕੋਈ। ਤੇ ਜਦੋਂ ਸਾਧ ਸੰਗਤ ਜੀ ਵਾਲਮੀਕ ਜੀ ਨੂੰ ਬੁਲਾਵਣਾ ਕੀਤਾ ਸੀ ਨਾ, ਤੇ ਫਿਰ ਉਹਨਾਂ ਦਾ ਜਗ ਜਿਹੜਾ ਸੀ ਸਫਲਾ ਹੋਵਣਾ ਕੀਤਾ ਸੀ, ਨਹੀਂ ਤਾਂ ਕਿੰਨਾ ਯਤਨ ਕੀਤਾ, ਜਗ ਦੀ ਸਫਲਤਾ ਨਹੀਂ ਸੀ ਪ੍ਰਾਪਤੀ ਹੋਈ। ਮਹਾਰਾਜ ਕਹਿੰਦੇ ਗੁਰਸਿੱਖੋ ਹਰ ਇੱਕ ਜੀਵ ਕੋਈ ਨਾ ਕੋਈ ਮਨ ਦੇ ਅੰਦਰ ਆਸਾ ਲਗਾ ਕਰਕੇ ਬੈਠਾ ਹੈ, ਹਰ ਇੱਕ ਦੇ ਅੰਦਰ ਕੋਈ ਨਾ ਕੋਈ ਆਸ ਬਣੀ ਹੀ ਹਰ ਸਮੇਂ ਰਹਿੰਦੀ ਆ। ਹੁਕਮੈ ਬੂਝੈ ਨਿਰਾਸ਼ਾ ਹੋਈ। ਤੇ ਸਤਿਗੁਰੂ ਜੀ ਇਹਨਾਂ ਆਸਾਂ ਤੋਂ ਨਿਰਾਸ਼ੇ ਕਿਵੇਂ ਹੋਇਆ ਜਾ ਸਕਦਾ ਹੈ? ਆਸਾਂ ਨੂੰ ਛੱਡ ਕੇ ਪਰਮਾਤਮਾ ਦੇ ਵੱਲ ਭਲਾ ਕਿਵੇਂ ਜੀਵਤ ਭਾਵ ਵਿੱਚ ਹੋਇਆ ਜਾ ਸਕਦਾ ਹੈ? ਹਜੂਰ ਕਹਿੰਦੇ ਜੇਕਰ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਬੁੱਝ ਲਵੇ, ਸਿਆਣ ਲਵੇ, ਸਮਝ ਲਵੇ, ਤਾਂ ਫਿਰ ਸੰਸਾਰ ਦੇ ਵੱਲੋਂ ਨਿਰਾਸ਼ਾ ਹੁੰਦਾ ਹੈ। ਹੁਕਮੈ ਬੂਝੈ ਨਿਰਾਸ਼ਾ ਹੋਈ, ਤਾਂ ਕਿਤੇ ਜਾ ਕੇ ਸੰਸਾਰ ਦੇ ਵੱਲੋਂ ਨਿਰਾਸ਼ਾ ਹੁੰਦਾ, ਨਹੀਂ ਤਾਂ ਮਹਾਰਾਜ ਕਹਿੰਦੇ ਕੋਈ ਨਾ ਕੋਈ ਆਸ ਲਗਾਈ ਬੈਠਦਾ। ਅਜੇ ਇੱਕ ਆਸ ਪੂਰੀ ਨਹੀਂ ਹੋਈ ਹੁੰਦੀ ਤੇ ਹੋਰ ਵੀ ਕਈ ਆਸਾਂ ਲਗਾਈ ਬੈਠਾ ਹੁੰਦਾ। ਜਿਵੇਂ ਸ਼ੇਖ ਚਿੱਲੀ ਦੀ ਸਾਖੀ ਆਉਂਦੀ ਹੈ, ਸਾਧ ਸੰਗਤ ਜੀ ਰਸਤੇ ਵਿੱਚ ਤੁਰਿਆ ਜਾਂਦੇ ਹੋਏ ਮਨ ਦੇ ਅੰਦਰ ਪਤਾ ਨਹੀਂ ਕਿੰਨੀਆਂ ਕੁ ਆਸਾਂ ਲਾ ਕਰਕੇ ਤੁਰਿਆ ਜਾ ਰਿਹਾ ਸੀ। ਸੁਪਨੇ ਦੇ ਵਿੱਚ ਹੀ ਤੁਰਿਆ ਜਾਂਦਾ ਹੋਇਆ ਲੰਬੇਰੀਆਂ ਆਸਾਂ ਲਗਾ ਕਰਕੇ ਬੈਠਾ ਹੋਇਆ ਕਿ ਮੈਂ ਪਹਿਲਾਂ ਕਹਿੰਦਾ ਕਿ ਮੈਂ ਘਰ ਦੇ ਵਿੱਚ ਕੁੱਕੜ ਆਦਿਕ ਰੱਖ ਲਵਾਂਗਾ, ਫਿਰ ਪਸ਼ੂ ਰੱਖ ਲਵਾਂਗਾ, ਪਰਿਵਾਰ ਵੱਧ ਜਾਵੇਗਾ, ਬੱਚੇ ਹੋ ਜਾਣਗੇ। ਇਸ ਪ੍ਰਕਾਰ ਸਾਥ ਵਿੱਚ ਬੈਠਿਆਂ ਹੋਇਆ ਮੈਨੂੰ ਆ ਕਰਕੇ ਜਦੋਂ ਬੁਲਾਉਣਗੇ ਨਾ, ਬੱਚਿਆਂ ਨੇ ਆ ਕੇ ਬੁਲਾਉਣਾ ਤੇ ਮੈਂ ਲੱਤ ਮਾਰ ਕਰਕੇ ਕਹੂੰ ਕਿ ਮੈਂ ਸੱਥ ਦੇ ਵਿੱਚ ਬੈਠਾ ਹੋਇਆ, ਮੈਨੂੰ ਕਿਉਂ ਤੁਸੀਂ ਪਰੇਸ਼ਾਨ ਕਰ ਰਹੇ ਹੋ? ਤੇ ਜਦੋਂ ਲੱਤ ਹਿਲਾਈ ਤੇ ਸਾਧ ਸੰਗਤ ਜੀ ਤੇਲ ਦਾ ਚੁੱਕਿਆ ਹੋਇਆ ਜਿਹੜਾ ਭਾਂਡਾ ਸਿਰ ਤੇ ਸੀ ਧਰਤੀ ਤੇ ਡਿੱਗ ਕੇ ਟੁੱਟ ਗਿਆ। ਕਿੰਨਾ ਨੁਕਸਾਨ ਹੋ ਗਿਆ। ਤੇ ਮਾਲਕ ਕਹਿਣ ਲੱਗਾ, ਕਹਿੰਦਾ ਮੇਰਾ ਨੁਕਸਾਨ ਕਰ ਦਿੱਤਾ।
ਕਹਿੰਦਾ ਤੂੰ ਇੰਨੇ ਕੁ ਨੁਕਸਾਨ ਦੀ ਗੱਲ ਕਰਦਾ, ਮੇਰਾ ਸਾਰਾ ਟੱਬਰ ਹੀ ਚਲਾ ਗਿਆ। ਭਾਵ ਸੁਪਨੇ ਦੇ ਵਿੱਚ ਹੀ ਸਾਰੀ ਆਸ ਲਗਾਈ ਜਾ ਰਿਹਾ ਸੀ। ਰਸਤੇ ਵੀ ਤੁਰਾ ਜਾਂਦਿਆਂ ਹੋਏ ਕਿ ਛੋਟੇ ਜਿਹੇ ਇੱਕ ਆਨੇ ਤੋਂ ਹੀ ਕਿੰਨਾ ਕਿੰਨਾ ਮਨ ਦੇ ਵਿੱਚ ਆਸਾਂ ਲਗਾਈ ਬੈਠਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜੇ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਵੇਗਾ, ਹੇ ਜੀਵ, ਫਿਰ ਤੂੰ ਸੰਸਾਰ ਦੀਆਂ ਆਸਾਂ ਵੱਲੋਂ ਨਿਰਾਸ਼ਾ ਹੋ ਜਾਵੇਗਾ। ਸੰਸਾਰ ਦੇ ਵੱਲੋਂ ਮਰ ਕੇ ਪਰਮਾਤਮਾ ਦੇ ਵੱਲ ਜੀਵਤ ਭਾਵ ਵਿੱਚ ਹੋ ਕੇ ਰੱਬ ਨੂੰ ਯਾਦ ਕਰੇਗਾ। ਆਸਾ ਵਿੱਚ ਸੁੱਤੇ ਕਈ ਲੋਈ। ਕਈ ਸੰਸਾਰ ਦੇ ਲੋਕ ਆਸਾ ਦੀ ਗਾਫਲਤਾਈ ਵਿੱਚ ਸੁੱਤੇ ਪਏ ਹਨ। ਉਹ ਕਦੇ ਜਾਗਦੇ ਨਹੀਂ, ਪ੍ਰਤੱਖ ਨਹੀਂ ਹੈ। ਇਹ ਨਹੀਂ ਕਿ ਸੁੱਤੇ ਰਹਿੰਦੇ ਹੈ। ਸਤ ਸੰਗਤ ਜੀ, ਸੰਸਾਰ ਦੇ ਵਿੱਚ ਭਾਵੇਂ ਵਿਚਰਦੇ ਹੈ, ਸੰਸਾਰ ਦੇ ਕੰਮ ਕਾਰਜ ਵੀ ਕਰਦੇ ਨੇ, ਪਰ ਜਿਹੜੀ ਮਨ ਦੇ ਅੰਦਰ ਆਸਾ ਦੀ ਗਾਫਲਤਾਈ ਹੈ ਨਾ, ਉਹਦੇ ਵਿੱਚ ਹਰ ਸਮੇਂ ਸੁੱਤੇ ਰਹਿੰਦੇ ਹਨ। ਹਰ ਸਮੇਂ ਨਿੰਦਰਾ ਕੁੱਪ ਸੁੱਤੇ ਰਹਿੰਦੇ ਆ, ਕਦੇ ਜਾਗਰਤ ਅਵਸਥਾ ਵਿੱਚ ਆਉਂਦੇ ਨਹੀਂ ਹਨ। ਕਿ ਇਹ ਜਿਹੜੀ ਸੰਸਾਰ ਦੀ ਆਸਾ ਕਦੇ ਮੁੱਕਣ ਵਾਲੀ ਨਹੀਂ ਹੈ। ਪਰ ਉਹ ਆਸਾ ਨੂੰ ਮੁਕਾਉਣ ਦੇ ਲਈ, ਆਸਾ ਨੂੰ ਖਤਮ ਕਰਨ ਦੇ ਵਾਸਤੇ ਮਹਾਰਾਜ ਕਹਿੰਦੇ ਉਹਦੇ ਵਿੱਚ ਹਰ ਸਮੇਂ ਸੁੱਤੇ ਰਹਿੰਦੇ ਹਨ। ਹਰ ਸਮੇਂ ਕੁੱਪ ਨੀਂਦਰਾ ਵੀ ਸੁੱਤੇ ਰਹਿੰਦੇ ਆ। ਜਿਵੇਂ ਅਵਿਦਿਆ ਰੂਪ ਨੀਂਦਰਾ ਵਿੱਚ ਮਨੁੱਖ ਸੁੱਤਾ ਹੋਇਆ ਆਪਣੀ ਅਵਸਥਾ ਰੂਪ ਰਹਿਣ ਅਜਾਈਂ ਬਤੀਤ ਕਰ ਦਿੰਦਾ ਹੈ। ਜ਼ਿੰਦਗੀ ਪਤਾ ਨਹੀਂ ਲੱਗਦੀ ਕਿਹੜੇ ਸਮੇਂ ਲੰਘ ਜਾਂਦੀ ਹੈ। ਇਹੋ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਅੰਦਰ ਆਸਾ ਵਿੱਚ ਜੀਵ ਸੁੱਤੇ ਆ ਨਾ, ਆਸਾ ਵਿੱਚ ਸੁੱਤੇ ਕਈ ਲੋਈ। ਕਈ ਲੋਕ ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਲੋਕ ਹਨ ਜਿਹੜੇ ਹਰ ਸਮੇਂ ਆਸਾ ਦੀ ਗਾਫਲਤਾਈ ਵਿੱਚ ਹੀ ਸੁੱਤੇ ਰਹਿੰਦੇ ਹਨ। ਸੋ ਜਾਗੈ ਜਾਗਾਵੈ ਸੋਈ। ਕਿ ਸਤਿਗੁਰੂ ਜੀ, ਇਸ ਆਸਾ ਤੋਂ ਕੋਈ ਜਾਗਦਾ ਵੀ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਉਹੋ ਹੀ ਜਾਗਦਾ ਹੈ। ਹੇ ਗੁਰਸਿੱਖੋ, ਪਰਮਾਤਮਾ ਜਿਸ ਜੀਵ ਤੇ ਕਿਰਪਾ ਦ੍ਰਿਸ਼ਟੀ ਕਰਕੇ ਜਗਾਉਣਾ ਚਾਹੇ, ਪਰਮਾਤਮਾ ਜਿਸ ਨੂੰ ਇਸ ਆਸਾ ਤੋਂ ਉੱਚੀਆਂ ਕਰਕੇ ਉਪਰਾਮ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਨਾ ਚਾਹੇ, ਮਹਾਰਾਜ ਕਹਿੰਦੇ ਜਿਸ ਨੂੰ ਨਿਰਾਸ਼ਾ ਕਰਨਾ ਚਾਹੇ, ਸੰਸਾਰ ਦੇ ਵੱਲੋਂ ਮਾਰ ਕਰਕੇ ਆਪਣੇ ਵੱਲ ਜੀਵਿਤ ਭਾਵ ਵਿੱਚ ਲਿਆਉਣਾ ਚਾਹੇ, ਉਹ ਹੀ ਆ ਸਕਦਾ ਹੈ। ਨਹੀਂ ਤਾਂ ਆਸਾ ਵਿੱਚ ਸੁੱਤੇ ਕਈ ਲੋਈ। ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਲੋਕ ਸੁੱਤੇ ਪਏ ਹਨ ਜਿਨ੍ਹਾਂ ਤੇ ਪਰਮਾਤਮਾ ਨੇ ਮਿਹਰ ਕੀਤੀ ਹੈ, ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਕੀਤੀ ਹੈ। ਗਰੀਬ ਨਵਾਜ ਸਤਿਗੁਰਾਂ ਦੇ ਦੀਦਾਰ ਪਰਸ ਕਰਕੇ ਉਹਨਾਂ ਦੀਆਂ ਸੰਸਾਰ ਦੀਆਂ ਸਭ ਆਸਾਂ, ਸਭ ਭੁੱਖਾਂ ਤ੍ਰਿਸ਼ਨਾਵਾਂ ਪਰਮਾਤਮਾ ਨੇ ਮਿਟਾ ਦਿੱਤੀਆਂ ਹਨ। ਐਸੇ ਮਹਾਨ ਸਿੱਖਾਂ ਦੇ ਜੀਵਨ ਹਨ। ਭਾਵੇਂ ਸਤਿਗੁਰਾਂ ਦੇ ਦੀਦਾਰ ਕਰਨੇ ਤੋਂ ਪਹਿਲਾਂ ਮਨ ਦੇ ਵਿੱਚ ਕਈ ਆਸਾਂ ਲਗਾ ਕਰਕੇ ਮਹਾਰਾਜ ਜੀ ਦੇ ਹਜ਼ੂਰ ਦੇ ਚਰਨਾਂ ਵਿੱਚ ਆਏ ਸਨ, ਪਰ ਜਦੋਂ ਸਤਿਗੁਰਾਂ ਦੇ ਦੀਦਾਰ ਕੀਤੇ, ਮਹਾਰਾਜ ਜੀ ਦੇ ਦਰਸ਼ਨ ਪਰਸਨ ਦੇ ਨਾਲ ਸਿੱਖਾਂ ਦੀਆਂ ਸਭ ਮਨ ਦੀਆਂ ਆਸਾਵਾਂ ਪੂਰੀਆਂ ਹੋ ਗਈਆਂ। ਸੰਸਾਰ ਦੇ ਸਭ ਆਸਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕਰਨ ਦੇ ਨਾਲ ਖਤਮ ਹੋ ਗਈਆਂ। ਫਿਰ ਕੇਵਲ ਇੱਕੋ ਮਨ ਦੇ ਅੰਦਰ ਭਾਵਨਾ ਬਣਾ ਕਰਕੇ ਅਰਦਾਸ ਕਰਦੇ ਰਹੇ ਹੈ, ਹੇ ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀ ਆਪਣੇ ਦਰਸ਼ਨਾਂ ਦੀ ਦਾਤ ਹੀ ਮਹਾਰਾਜ ਸਾਨੂੰ ਬਖਸ਼ਦੇ ਰਹਿਣਾ। ਹੇ ਗਰੀਬ ਨਵਾਜ, ਕੋਈ ਵੀ ਸੰਸਾਰ ਦੇ ਪਦਾਰਥਾਂ ਦੀ, ਕੋਈ ਵੀ ਕਿਸੇ ਤਰ੍ਹਾਂ ਦੀ ਸਾਡੇ ਮਨ ਅੰਦਰ ਆਸ, ਕੋਈ ਭੁੱਖ ਨਹੀਂ ਰਹਿਣਾ ਕੀਤੀ। ਮਹਾਰਾਜ ਤੁਹਾਡੇ ਦੀਦਾਰ ਪਰਸਨੀ ਮਾਤਰ ਹੀ ਸਾਡੀਆਂ ਆਸਾਵਾਂ ਪੂਰੀਆਂ ਹੋ ਗਈਆਂ ਨੇ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਹੇ ਗੁਰਸਿੱਖੋ, ਸੋ ਜਾਗੈ ਜਾਗਾਵੈ ਸੋਈ। ਉਹੋ ਜੀਵ ਜਾਗਰਤ ਅਵਸਥਾ ਵਿੱਚ ਆਉਂਦਾ ਹੈ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਕੇ ਜਗਾਉਣਾ ਚਾਹੇ। ਨਹੀਂ ਤਾਂ ਸਾਧ ਸੰਗਤ ਜੀ, ਐਸੀ ਸੰਸਾਰ ਦੀ ਮੋਹ ਮਮਤਾ ਪਰਮਾਤਮਾ ਦੀ ਲਗਾਈ ਹੈ। ਮਹਾਰਾਜ ਜੀ ਦੇ ਮੁੱਖ ਵਾਕ ਹਨ, ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਐਸੇ ਸੰਸਾਰ ਦੇ ਜੀਵ ਹਨ, ਉਹ ਮਾਇਆ ਦੀਆਂ ਆਸਾਂ ਵਿੱਚ ਹੀ ਹਰ ਸਮੇਂ ਨਿਵਾਸ ਰੱਖਦੇ ਹੈ। ਚਿੱਤ ਦਾ ਲਗਾਓ ਬਣਿਆ ਰਹਿੰਦਾ। ਤੇ ਇੱਕ ਨਾ ਤੇ ਪਰਮਾਤਮਾ ਦਇਆ ਦ੍ਰਿਸ਼ਟੀ ਕਰਕੇ ਇਹਨਾਂ ਤੋਂ ਉਪਰਾਮ ਕਰ ਦਿੰਦਾ, ਸੰਸਾਰ ਦੀਆਂ ਆਸਾਂ ਤੋਂ ਜੁਗਾ ਦਿੰਦਾ, ਉਹਨਾਂ ਨੂੰ ਜਾਗਰਤ ਅਵਸਥਾ ਵਿੱਚ ਲੈ ਆਉਂਦਾ ਹੈ। ਪਰਮਾਤਮਾ ਦੀ ਜਿਸ ਜੀਵ ਤੇ ਕਿਰਪਾ ਹੁੰਦੀ ਹੈ, ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਉਹ ਆਸਾ ਦੀ ਗਾਫਲਤਾਈ ਤੋਂ ਜਾਗਰਤ ਅਵਸਥਾ ਵਿੱਚ ਆ ਜਾਂਦਾ ਹੈ। ਸਤਿਗੁਰ ਨਾਮ ਬੁਝਾਇਆ। ਇਹ ਪੂਰੇ ਸਤਿਗੁਰੂ ਜੀ ਦੀ ਬਖਸ਼ੀ ਦਾਤ ਹੈ। ਜਿਨ੍ਹਾਂ ਨੂੰ ਨਾਮ
ਕਿ ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਤੇ ਸੁੱਚਾ ਹੈ। ਵਾਹਿਗੁਰੂ ਦੇ ਨਾਮ ਦੇ ਵੀ ਸਭ ਤੋਂ ਵੱਡਾ ਪ੍ਰਤਾਪ ਹੈ। ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਨੂੰ ਨਾਮ ਦਾ ਪ੍ਰਤਾਪ ਸਮਝਾ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਬੁਝਾਇਆ ਹੈ, ਬਿਨ ਨਾਵੈ ਭੁੱਖ ਨਾ ਜਾਈ। ਫਿਰ ਉਹਨਾਂ ਦੇ ਹਿਰਦੇ ਅੰਦਰ ਇਹੋ ਪ੍ਰਤੀਤ ਧਾਰਨ ਕਰ ਲਈ ਹੈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਦੇ ਸੰਸਾਰ ਦੇ ਪਦਾਰਥਾਂ ਦੀ ਭੁੱਖ ਨਹੀਂ ਜਾ ਸਕਦੀ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹੈ ਉਹ ਜੀਵ ਸਮਝ ਲੈਂਦੇ ਹਨ। ਜੋ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਮਹਾਰਾਜ ਜੀ ਦਾ ਫਲਾਦੇਸ਼ ਸੁਣ ਕਰਕੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਫਿਰ ਸੰਸਾਰ ਦੇ ਭੁੱਖਾਂ ਤੋਂ ਉਪਰਾਮ ਹੋ ਜਾਂਦੇ ਹਨ। ਗਰੀਬ ਨਵਾਜ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਹੈ। ਪਰ ਮਹਾਰਾਜ ਕਹਿੰਦੇ ਉਹੋ ਹੀ ਐਸੀ ਦਾਤ ਪ੍ਰਾਪਤ ਕਰਦੇ ਜਿਨ੍ਹਾਂ ਤੇ ਗੁਰੂ ਕਿਰਪਾ ਹੁੰਦੀ ਹੈ। ਸਤਿਗੁਰ ਨਾਮ ਬੁਝਾਇਆ ਵਿਣ ਨਾਵੈ ਭੁੱਖ ਨਾ ਜਾਈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਭਲਾ ਕਿਸ ਦੀ ਸੰਸਾਰ ਦੀ ਭੁੱਖ ਗਈ ਹੈ। ਸਾਧ ਸੰਗਤ ਜੀ, ਹਜੂਰ ਦਾ ਸੀ ਬਚਨ ਪੜ੍ਹਦੇ ਹਨ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਭਾਵੇਂ ਲੱਖਾਂ ਹੀ ਸਾਜੋ ਸਮਾਨ ਭਾਰ ਬੰਨ੍ਹ ਦਿੱਤਾ ਜਾਵੇ, ਪਰ ਤ੍ਰਿਸ਼ਨਾਲੂ ਬੰਦਾ ਫੇਰ ਵੀ ਨਹੀਂ ਕਹੇਗਾ ਕਿ ਮੈਂ ਰੱਜ ਗਿਆ ਹਾਂ। ਉਹ ਫੇਰ ਵੀ ਉਸੇ ਤਰ੍ਹਾਂ ਭੁੱਖੇ ਦਾ ਭੁੱਖਾ ਹੀ ਰਹਿਣਾ ਕਰਦਾ। ਪਰਮਾਤਮਾ ਕਿਰਪਾ ਕਰੇ, ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ, ਸਬਰ ਸੰਤੋਖ ਜੀਵ ਨੂੰ ਪ੍ਰਾਪਤ ਹੋ ਜਾਵੇ, ਤਾਂ ਸੰਸਾਰ ਦੇ ਪਦਾਰਥਾਂ ਦੀ ਭੁੱਖ ਮਿਟਦੀ ਹੈ। ਨਾਮੇ ਤ੍ਰਿਸ਼ਨਾ ਅਗਨ ਬੁਝੈ। ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਗੁਰਸਿੱਖੋ, ਪਰਮੇਸ਼ਰ ਦੇ ਨਾਮ ਕਰਕੇ ਹੀ ਤ੍ਰਿਸ਼ਨਾ ਦੀ ਅਗਨ ਬੁਝਦੀ ਹੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਸਭ ਥਾਵਾਂ ਦੀ ਗਿਆਤ ਵਾਹਿਗੁਰੂ ਦੇ ਸਿਮਰਨ ਕਰਕੇ ਮਿਲਦੀ ਹੈ। ਹਰ ਪ੍ਰਕਾਰ ਦੇ ਸੰਸਾਰ ਦੇ ਪਦਾਰਥਾਂ ਦੀ, ਵਿਸ਼ੇ ਸੁਖਾਂ ਦੀ ਆਦਿਕ ਇਹ ਭੁੱਖ ਮਹਾਰਾਜ ਕਹਿੰਦੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਕਦੇ ਬੁਝ ਨਹੀਂ ਸਕਦੀ। ਤੇ ਹਿਰਦੇ ਅੰਦਰ ਪ੍ਰਚੰਡ ਤ੍ਰਿਸ਼ਨਾ ਦੀ ਬਲਦੀ ਹੋਈ ਲਟ ਲਟ ਜੋ ਅਗਨੀ ਹੈ, ਮਹਾਰਾਜ ਆਖ ਰਹੇ ਨੇ ਨਾਮੇ ਤ੍ਰਿਸ਼ਨਾ ਅਗਨ ਬੁਝੈ। ਹੇ ਜੀਵ, ਵਾਹਿਗੁਰੂ ਦੇ ਨਾਮ ਕਰਕੇ ਪਰਮਾਤਮਾ ਦੇ ਸਿਮਰਨ ਦੀ ਬਦੌਲਤ ਹੀ ਇਹ ਪਦਾਰਥਾਂ ਦੀ ਅਥਵਾ ਸੰਸਾਰ ਦੇ ਵਿਸ਼ੇ ਸੁਖਾਂ ਦੀ, ਰਾਜ ਭਾਗ ਆਦਿਕ ਮਾਨਣ ਦੀ, ਸਵਰਗਾਂ ਦੀ ਸੁਖਾਂ ਨੂੰ ਮਾਨਣ ਦੀ ਸਭ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁੱਝ ਜਾਣ ਵਾਲੀ ਹੈ। ਨਾਮ ਮਿਲੈ ਤਿਸੈ ਰਜਾਈ। ਹਜੂਰ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਰਜਾਈ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਤਿਨਾਂ ਨੂੰ ਹਿਰਦੇ ਕਰਕੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਮਿਲੀ ਹੈ। ਜਿਨ੍ਹਾਂ ਨੇ ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ, ਪ੍ਰਤੱਖ ਵੀ ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਜਦੋਂ ਪ੍ਰਾਣੀ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਜਾਂਦਾ ਨਾ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੇ ਲਈ, ਪਹਿਲਾਂ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੇ ਵੱਲੋਂ ਪੁੱਛਿਆ ਜਾਂਦਾ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਅੰਮ੍ਰਿਤ ਛਕਣ ਵਾਸਤੇ ਆਏ ਕਿ ਜਾਂ ਕਿਸੇ ਦੇ ਡਰ ਦਬਾਅ ਹੇਠ ਆ ਕਰਕੇ ਆਇਆ। ਆਪਣੀ ਮਰਜ਼ੀ ਦੇ ਨਾਲ ਆਇਆ, ਤੇਰਾ ਚਿੱਤ ਕਰਦਾ ਅੰਮ੍ਰਿਤ ਛਕਣ ਨੂੰ ਕਿ ਜਾਂ ਕਿਸੇ ਲਾਲਚ ਦੇ ਅਧੀਨ ਹੋ ਕਰਕੇ ਆਇਆ। ਤੇ ਜੇ ਤਾਂ ਕਹੇ ਕਿ ਮੈਂ ਕਿਸੇ ਲਾਲਚ ਦੇ ਅਧੀਨ ਹੋ ਕੇ ਆਇਆ ਜਾਂ ਕਿਸੇ ਦੇ ਡਰ ਦਬਾਅ ਹੇਠਾਂ ਹੋ ਕੇ ਆਇਆ ਹਾਂ, ਸਾਧ ਸੰਗਤ ਜੀ ਪੰਜ ਪਿਆਰੇ ਉਸ ਨੂੰ ਅੰਮ੍ਰਿਤ ਦੀ ਦਾਤ ਨਹੀਂ ਦੇਣਾ ਕਰਦੇ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਜੇ ਹੱਥ ਜੋੜ ਕਰਕੇ ਬੇਨਤੀ ਕਰੇ ਕਿ ਨਹੀਂ ਮੇਰਾ ਚਿੱਤ ਕਰਦਾ ਹੈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮੈਨੂੰ ਸੋਝੀ ਬਖਸ਼ੀ ਹੈ, ਮੈਂ ਹੁਣ ਗੁਰੂ ਵਾਲਾ ਬਣਨਾ ਚਾਹੁੰਦਾ, ਤਾਂ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਕੀ ਪਾਹੁਲ ਪ੍ਰਾਪਤ ਹੁੰਦੀ ਹੈ। ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਮਿਲੈ ਤਿਸੈ ਰਜਾਈ। ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਜੋ ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਦੇ ਹਨ। ਉਹਨਾਂ ਨੂੰ ਹਿਰਦੇ ਕਰਕੇ ਵੀ ਵਾਹਿਗੁਰੂ ਦਾ ਨਾਮ ਸਿਮਰਨ ਪ੍ਰਾਪਤ ਹੋ ਜਾਂਦਾ ਹੈ, ਜੋ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਕਾਲ ਕੀਰਤ ਸ਼ਬਦ ਪਛਾਨ। ਹੇ ਜੀਵ, ਕਲਯੁਗ ਦੇ ਭਿਆਨਕ ਸਮੇਂ ਅੰਦਰ ਅਕਾਲ ਪੁਰਖ ਪਰਮਾਤਮਾ ਦੀ ਕੀਰਤੀ ਕਰ ਕਰਕੇ, ਪਰਮਾਤਮਾ ਦਾ ਜਸ ਗਾ ਗਾ ਕਰਕੇ ਸ਼ਬਦ ਬ੍ਰਹਮ ਸਰੂਪ ਦੀ ਪਹਿਚਾਣ ਕਰ ਲੈਣਾ ਕਰ।
ਕਿਉਂਕਿ ਕਲਯੁਗ ਦੇ ਸਮੇਂ ਅੰਦਰ ਜੇ ਸ਼ਬਦ ਦੀ ਬ੍ਰਹਮ ਦੀ ਪਹਿਚਾਣ ਕਰਨੀ ਹੈ, ਉਹ ਪ੍ਰਮਾਤਮਾ ਦੇ ਗੁਣ ਗਾ ਕਰਕੇ। ਗੁਣੀ ਸਰੂਪ ਪ੍ਰਮਾਤਮਾ ਨੂੰ ਤਾਂ ਹੀ ਮਹਾਰਾਜ ਕਹਿੰਦੇ ਜਾਣਿਆ ਜਾ ਸਕਦਾ ਜੇ ਪ੍ਰਮਾਤਮਾ ਦੇ ਗੁਣ ਗਾਵੇਗਾ। ਹੇ ਜੀਵ, ਨਾਮ ਦੁਆਰਾ ਹੀ ਉਸ ਨਾਮੀ ਪ੍ਰਮਾਤਮਾ ਦੇ ਬ੍ਰਹਮ ਸਰੂਪ ਦੀ ਪਹਿਚਾਣ ਕਰ ਸਕੇਗਾ। ਏਹਾ ਭਗਤ ਚੁਕੈ ਅਭਿਮਾਨ। ਐਸੀ ਪ੍ਰਮਾਤਮਾ ਦੀ ਇਹ ਪ੍ਰੇਮਾ ਭਗਤੀ ਸਭ ਤੋਂ ਉੱਚ ਤੇ ਸੁੱਚੀ ਭਗਤੀ ਹੈ, ਜਿਸ ਕਰਕੇ ਜੀਵ ਦਾ ਅਭਿਮਾਨ ਚੁੱਕ ਜਾਂਦਾ, ਨਾਸ਼ ਹੋ ਜਾਂਦਾ ਹੈ। ਇਹ ਭਗਤ ਚੁਕੈ ਅਭਿਮਾਨ। ਹੇ ਜੀਵ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕਰਨ ਦੇ ਨਾਲ ਗੁਣਾਂ ਦਾ, ਗਿਆਨ ਦਾ, ਫਿਰ ਦੇਹੀ ਦਾ ਸਭ ਅਭਿਮਾਨ, ਸਭ ਮਾਣ ਮਨ ਦੇ ਵਿੱਚੋਂ ਚੁੱਕੇ ਜਾਂਦੇ, ਨਾਸ਼ ਹੋ ਜਾਂਦੇ ਹਨ। ਸਤਿਗੁਰ ਸੇਵਿਐ ਹੋਵੈ ਪਰਵਾਨ। ਜੇ ਸਤਿਗੁਰੂ ਜੀ ਦੀ ਸੇਵਾ ਕਰ ਲਵੇ ਤਾਂ ਫਿਰ ਲੋਕ ਪਰਲੋਕ ਦੇ ਵਿੱਚ ਤੂੰ ਪ੍ਰਵਾਨ ਹੋਵੇਗਾ। ਪਰਮਾਤਮਾ ਦੇ ਘਰ ਤੇਰੀ ਪ੍ਰਵਾਨਗੀ ਹੋ ਜਾਵੇਗੀ। ਵਾਹਿਗੁਰੂ ਦੇ ਘਰ ਦੇ ਵਿੱਚ ਮੰਨਣ ਯੋਗ ਹੋ ਜਾਵੇਗਾ। ਨਹੀਂ ਤਾਂ ਸੰਸਾਰ ਦੇ ਲੋਕ ਭਾਵੇਂ ਬਹੁਤੇ ਧਨ ਪਦਾਰਥਾਂ ਕਰਕੇ ਤੇਰੀ ਬੜੀ ਆਓ ਭਗਤੀ ਕਰਦੇ ਨੇ, ਪਰ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਘਰ ਵਿੱਚ ਨਹੀਂ ਤੂੰ ਕਦੇ ਪ੍ਰਵਾਨ ਹੋ ਸਕਦਾ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ, ਹਜ਼ੂਰ ਨੇ ਜਲ ਦੀ ਜਿਸ ਸਮੇਂ ਜਾਚਨਾ ਕੀਤੀ, ਸਾਨੂੰ ਪਿਆਸ ਲੱਗੀ ਹੈ, ਜਲ ਛਕਾਓ। ਇੱਕ ਸੁਨਿਆਰਾਂ ਦਾ ਲੜਕਾ, ਸਾਧ ਸੰਗਤ ਜੀ ਬੜਾ ਸੋਹਣਾ ਸੁਨੱਖਾ, ਕਦੇ ਵੀ ਉਹਨੇ ਆਪਣੇ ਹੱਥੀਂ ਕੋਈ ਕੰਮ ਨਹੀਂ ਕੀਤਾ, ਨਾ ਕੋਈ ਸੇਵਾ ਕੀਤੀ ਸੀ। ਦੇਖਿਆ ਕਿ ਸਿੰਘ ਪਾਸ ਨਹੀਂ ਹੈ ਤੇ ਉਹ ਕਟੋਰਾ ਜਲ ਦਾ ਭਰ ਕੇ ਲੈ ਆਇਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਹ ਜਲ ਦਾ ਭਰਿਆ ਹੋਇਆ ਕਟੋਰਾ ਤਾਂ ਫੜ ਲਿਆ, ਪਰ ਛਕਿਆ ਨਹੀਂ। ਧਰਤੀ ਤੋਂ ਪਾਣੀ ਡੋਲ ਦਿੱਤਾ। ਕਹਿੰਦਾ ਜੀ ਮਹਾਰਾਜ, ਆਪ ਨੇ ਜਲ ਛਕਿਆ ਕਿਉਂ ਨਹੀਂ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੂੰ ਕਦੇ ਗੁਰੂ ਘਰ ਦੀ ਵੀ ਸੇਵਾ ਕੀਤੀ ਹੈ? ਕਹਿਣ ਲੱਗਾ ਜੀ ਮਹਾਰਾਜ ਨਹੀਂ, ਮੈਂ ਪਹਿਲੀ ਵਾਰ ਇਹ ਸੇਵਾ ਕੀਤੀ ਹੈ। ਘਰ ਦੇ ਵਿੱਚ ਵੀ ਇੰਨੇ ਜ਼ਿਆਦਾ ਧਨ ਪਦਾਰਥ ਮਹਾਰਾਜ ਰੱਬ ਦੇ ਦਿੱਤੇ ਹੋਏ ਆ, ਨੌਕਰ ਚਾਕਰ ਸਾਰਾ ਕੁਝ ਕਰਦੇ ਆ, ਮੈਂ ਕਦੇ ਆਪਣੇ ਹੱਥੀਂ ਘਰ ਦੇ ਵਿੱਚ ਕੋਈ ਕੰਮ ਨਹੀਂ ਕੀਤਾ। ਗੁਰੂ ਘਰ ਤਾਂ ਬੜੀ ਦੂਰ ਦੀ ਗੱਲ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਤੇਰੇ ਕੋਲੋਂ ਇਹ ਬਦਬੂ ਆ ਰਹੀ ਸੀ ਜਿਹੜਾ ਤੂੰ ਸੇਵਾ ਨਹੀਂ ਨਾ ਕਦੇ ਆਪਣੇ ਹੱਥੀਂ ਕੀਤੀ। ਮਹਾਰਾਜ ਸਤਿਗੁਰੂ ਜੀ ਕਹਿੰਦੇ ਗੁਰੂ ਧਾਰਨ ਕੀਤਾ ਕਿ ਨਹੀਂ? ਮਹਾਰਾਜ ਗੁਰੂ ਵੀ ਅਜੇ ਤੱਕ ਅਸੀਂ ਧਾਰਨ ਨਹੀਂ ਕੀਤਾ ਹੋਇਆ। ਇਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਜਿਹੜੀ ਅਪਵਿੱਤਰਤਾ ਹੈ, ਇਹ ਬਦਬੂ ਹੈ, ਕਿਵੇਂ ਦੂਰ ਹੋ ਸਕਦੀ ਹੈ? ਮਹਾਰਾਜ ਕਹਿੰਦੇ ਗੁਰੂ ਘਰ ਵੀ ਸੇਵਾ ਕਰਿਆ ਕਰ, ਸੰਗਤ ਦੀ ਸੇਵਾ ਕਰਿਆ ਕਰ, ਤੱਪੜ ਝਾੜਨ ਦੀ ਸੇਵਾ ਕਰਿਆ ਕਰ, ਲੰਗਰ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਿਆ ਕਰ, ਝਾੜੂ ਫੇਰਨ ਦੀ ਸੇਵਾ ਕਰਿਆ ਕਰ। ਕਿੰਨੀਆਂ ਸੇਵਾਵਾਂ ਨੇ ਗੁਰੂ ਘਰ ਦੇ ਅੰਦਰ, ਤਾਂ ਤੇਰੀ ਸਫਲਤਾ ਹੋਵੇਗੀ। ਇਵੇਂ ਤਾਂ ਤੂੰ ਪਰਮਾਤਮਾ ਦੇ ਘਰ ਦੇ ਵਿੱਚ ਵੀ ਪ੍ਰਵਾਨ ਨਹੀਂ ਹੋ ਸਕੇਗਾ। ਮਹਾਰਾਜ ਕਿਰਪਾ ਕਰੋ, ਪਿੱਛੇ ਜੋ ਭੁੱਲਾਂ ਹੋ ਗਈਆਂ ਨੇ ਮੈਨੂੰ ਬਖਸ਼ ਲਾਓ। ਅਗਾਂਹ ਵਾਸਤੇ ਮਹਾਰਾਜ ਮੈਨੂੰ ਸੋਝੀ ਬਖਸ਼ੋ, ਜਿਸ ਕਰਕੇ ਪ੍ਰਮਾਤਮਾ ਦੇ ਘਰ ਮੈਂ ਪ੍ਰਵਾਨ ਹੋ ਜਾਵਾਂ। ਤੇ ਹਜ਼ੂਰ ਦਾ ਬਚਨ ਮੰਨ ਕੇ ਫਿਰ ਗੁਰੂ ਘਰ ਦੀਆਂ ਮਹਾਨ ਸੇਵਾਵਾਂ ਨੂੰ ਸਿੱਖ ਨੇ ਕੀਤਾ ਸੀ। ਇਸ ਲਈ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ ਸਤਿਗੁਰ ਸੇਵਿਆ ਹੋਵੈ ਪ੍ਰਵਾਨ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰ ਲਈ ਹੈ, ਉਹ ਲੋਕ ਪਰਲੋਕ ਦੇ ਵਿੱਚ ਪ੍ਰਵਾਨ ਹੋ ਗਏ ਹਨ। ਜਿਨ ਆਸਾ ਕੀਤੀ ਤਿਸਨੋ ਜਾਨ। ਹੇ ਜੀਵ, ਜਿਸ ਪ੍ਰਮਾਤਮਾ ਨੇ ਤੇਰੇ ਮਨ ਵਿੱਚ ਆਸਾ ਲਗਾਈ ਹੈ, ਉਸ ਨੂੰ ਜਾਣ, ਉਸ ਪ੍ਰਮਾਤਮਾ ਦੇ ਸਰੂਪ ਦੀ ਪਹਿਚਾਣ ਕਰ, ਜਾਣਨ ਦਾ ਯਤਨ ਤਾਂ ਕਰ। ਕੋਈ ਨਾ ਕੋਈ ਯਤਨ ਕਰੇਗਾ, ਕੋਈ ਨਾ ਕੋਈ ਮਿਹਨਤ ਕਰੇਗਾ, ਘਾਲੇਗਾ, ਰੱਬੀ ਯਾਦ ਵਿੱਚ ਜੋੜੇਗਾ, ਤਾਂ ਹੀ ਉਹਨੂੰ ਜਾਣਿਆ ਜਾ ਸਕਦਾ ਹੈ। ਜੇ ਕਹੀ ਜਾਵੇ ਕਿ ਕਿਸੇ ਥਾਂ ਨੂੰ ਮਾਪਣਾ ਹੋਵੇ, ਕਹੀ ਜਾਵੇ ਕਿ ਨਹੀਂ, ਤਾਂ ਜਾਣਿਆ ਹੀ ਨਹੀਂ ਜਾ ਸਕਦਾ। ਇਹ ਤਾਂ ਹੈ ਹੀ ਬੜਾ ਵੱਡਾ, ਤੇ ਉਹ ਫਿਰ ਜਾਣਿਆ ਵੀ ਕਿਵੇਂ ਜਾਵੇਗਾ? ਆਖਰਕਾਰ ਜਾਣਨ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ। ਕੋਈ ਵੀ ਦੁਨੀਆ ਦਾ ਕੰਮ ਕੀਤਿਆਂ ਹੀ ਪੂਰਾ ਹੋਣਾ। ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ, ਉਹ ਰਸਤਾ ਤੈਅ ਕੀਤਿਆਂ ਹੀ ਪੂਰਾ ਹੋਵੇਗਾ। ਖਲੋ ਕਰਕੇ ਹੱਥ ਤੇ ਹੱਥ ਰੱਖ ਕੇ ਬੈਠਾ ਰਹੇ, ਕਹੇ ਕਿ ਨਹੀਂ ਇਹ ਕਿਵੇਂ ਪੂਰਾ ਹੋਵੇਗਾ, ਇਹ ਤਾਂ ਲੰਬਾ ਹੀ ਬੜਾ, ਰਸਤਾ ਹੀ ਬਹੁਤ ਦੂਰ ਦਾ ਹੈ, ਉਹ ਹੋਣਾ ਵੀ ਨਹੀਂ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹੇ ਜੀਵ,
ਜਿਸ ਪਰਮਾਤਮਾ ਨੇ ਤੇਰੇ ਅੰਦਰ ਆਸ ਲਗਾਈ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ, ਜਿਨ ਆਸਾ ਕੀਤੀ ਤਿਸ ਨੂੰ ਜਾਣ, ਉਹਨੂੰ ਜਾਣਨ ਦਾ ਯਤਨ ਕਰ, ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕਰ। ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ। ਬੇਨਤੀ ਕਰਕੇ ਸਿੱਖ ਪੁੱਛਦੇ ਨੇ ਮਹਾਰਾਜ, ਜੋ ਪ੍ਰਮਾਤਮਾ ਜੀ ਦਾ ਸ਼ਬਦ, ਅਕਾਲ ਪੁਰਖ ਵਾਹਿਗੁਰੂ ਜੀ ਦਾ ਉਪਦੇਸ਼ ਸਰਵਣ ਕਰਵਾਉਂਦਾ ਹੈ, ਉਸ ਨੂੰ ਭੇਟਾ ਕੀ ਦੇਣੀ ਚਾਹੀਦੀ ਹੈ? ਮਹਾਰਾਜ ਉਸ ਅੱਗੇ ਕੀ ਅਰਪਣ ਕਰਨਾ ਚਾਹੀਦਾ ਹੈ? ਕਾਰ ਕਿਰਪਾ ਨਾਮ ਮਨ ਵਸਾਏ। ਜੋ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸਾ ਦੇਵੇ, ਮਹਾਰਾਜ ਉਹਦੀ ਭੇਟਾ ਕੀ ਸਾਨੂੰ ਅਰਪਣ ਕਰਨੀ ਚਾਹੀਦੀ ਹੈ? ਗਰੀਬ ਨਵਾਜ ਸਾਨੂੰ ਕੀ ਭੇਟ ਅਰਪਣ ਕਰਨਾ ਚਾਹੀਦਾ? ਆਪ ਕਿਰਪਾ ਕਰਕੇ ਦੱਸਣਾ ਕਰੋ। ਇਹੋ ਸਿਰ ਦੀਜੈ ਆਪ ਗਵਾਏ। ਹੇ ਗੁਰਸਿੱਖੋ, ਸੀਸ ਵੱਢ ਕਰਕੇ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵੋ। ਜੋ ਪਰਮਾਤਮਾ ਦਾ ਉਪਦੇਸ਼ ਸਰਵਣ ਕਰਾ ਕੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੰਦਾ ਹੈ, ਜੋ ਰੱਬ ਦੀ ਯਾਦ ਦਵਾ ਦਿੰਦਾ, ਆਪਣਾ ਸੀਸ ਵੱਢ ਕਰਕੇ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਚਾਹੀਦਾ। ਅਥਵਾ ਹਜੂਰ ਨੇ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕੀਤੀ, ਇਹੋ ਸਿਰ ਦੀਜੈ ਆਪ ਗਵਾਏ। ਕਹਿੰਦੇ ਆਪਾ ਭਾਵ ਅਭਾਵ ਕਰਕੇ ਹੰਕਾਰ ਰੂਪੀ ਸੀਸ ਵੱਢ ਕੇ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵੋ। ਇੰਨੀ ਹਿਰਦੇ ਅੰਦਰ ਨਿਮਰਤਾ ਧਾਰਨ ਕਰਕੇ ਚਰਨਾਂ ਦੀ ਸੇਵਾ ਕਰੋ। ਜੋ ਪਰਮਾਤਮਾ ਦਾ ਉਪਦੇਸ਼ ਸਰਵਣ ਕਰਾਉਂਦਾ ਹੈ, ਜੋ ਮਹਾਰਾਜ ਜੀ ਦਾ ਸ਼ਬਦ ਸਰਵਣ ਕਰਵਾਉਂਦਾ ਹੈ, ਨਿਮਰਤਾਵਾਨ ਹੋ ਕਰਕੇ ਆਪਾ ਭਾਵ ਅਭਾਵ ਕਰਕੇ ਸੇਵਾ ਕਰਨੀ ਕਰੋ। ਹੁਕਮੈ ਬੁਝੇ ਸਦਾ ਸੁਖ ਪਾਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਜੋ ਬਖਸ਼ਿਸ਼ ਕੀਤੀ ਹੈ ਨਾ, ਸਿੱਖਾਂ ਦੇ ਬੇਨਤੀ ਕਰਨੇ ਤੇ ਮਹਾਰਾਜ ਕਹਿੰਦੇ ਇਹੋ ਸਿਰ ਦੀਜੈ ਆਪ ਗਵਾਏ। ਸਾਧ ਸੰਗਤ ਜੀ, ਕਈ ਵਾਰ ਭੇਟ ਅਰਪਣ ਕਰਕੇ ਵੀ ਅਸੀਂ ਹੰਕਾਰ ਕਰਦੇ ਹਾਂ। ਕਈ ਵਾਰ ਜੋ ਮਾਣ ਦਾ ਵੀ ਸਾਧ ਸੰਗਤ ਜੀ ਮਾਣ ਹੋ ਜਾਂਦਾ ਹੈ, ਨਿਮਰਤਾ ਦਾ ਕਈ ਵਾਰ ਮਾਣ ਕਰਨਾ ਕਿ ਮੇਰੇ ਵਰਗਾ ਕੋਈ ਨਿਮਰਤਾਵਾਨ ਸੰਸਾਰ ਦੇ ਅੰਦਰ ਨਹੀਂ ਹੈ। ਤੇ ਗਰੀਬ ਨਵਾਜ ਗੁਰ ਇਤਿਹਾਸ ਦੇ ਅੰਦਰ ਜਿਵੇਂ ਜ਼ਿਕਰ ਆਉਂਦਾ ਹੈ ਨਾ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਹਜੂਰ ਨੂੰ ਭਾਈ ਗੋਪਾਲਾ ਜੀ ਨੇ ਇੱਕ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਸੀ। ਤੇ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਭੇਟਾ ਦੇਣ ਦੇ ਵਾਸਤੇ ਬਾਰ-ਬਾਰ ਸੋਚ ਰਹੇ ਨੇ, ਵਿਚਾਰ ਰਹੇ ਨੇ, ਕਿਉਂਕਿ ਮਹਾਰਾਜ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਸੀ ਕਿ ਸਿੱਖਾਂ ਦੇ ਵਿੱਚੋਂ ਕੋਈ ਵੀ ਸਿੱਖ ਉੱਠੇ, ਪਿਆਰ ਭਾਵਨਾ ਇਕਾਗਰਤਾ ਤੇ ਸ਼ੁੱਧਤਾ ਦੇ ਨਾਲ ਜਪਜੀ ਸਾਹਿਬ ਦਾ ਕੰਠ ਪਾਠ ਉਚਾਰਨ ਕਰਕੇ ਸੁਣਾਵੇ, ਮਹਾਰਾਜ ਕਹਿੰਦੇ ਮੂੰਹ ਮੰਗਿਆ ਉਹਨੂੰ ਦਾਤ ਪ੍ਰਾਪਤ ਹੋਵੇਗੀ, ਜੋ ਵੀ ਮਨ ਦੀ ਇੱਛਾ ਹੋਵੇਗੀ। ਤੇ ਗਰੀਬ ਨਵਾਜ ਸਤਿਗੁਰੂ ਜੀ ਬਾਰ-ਬਾਰ ਵਿਚਾਰ ਕਰ ਰਹੇ ਨੇ। ਹਜੂਰ ਨੇ ਉੱਚੇ ਥਾਂ ਤੇ ਸਰਾਣੇ ਵਾਲੇ ਪਾਸੇ ਭਾਈ ਗੋਪਾਲਾ ਜੀ ਨੂੰ ਬਿਠਾਇਆ ਤੇ ਪਾਠ ਸਰਵਣ ਕਰ ਰਹੇ ਨੇ ਚੌਂਕੜਾ ਲਗਾ ਕਰਕੇ, ਤੇ ਨਾਲ ਨਾਲ ਵਿਚਾਰ ਕਰ ਰਹੇ ਨੇ ਕਿ ਸਿੱਖ ਨੂੰ ਦਾਤ ਕਿਹੜੀ ਦੇਈਏ, ਬਾਦਸ਼ਾਹੀ ਬਖਸ਼ਿਸ਼ ਕਰ ਦਈਏ, ਕਹਿੰਦੇ ਨਾਸ਼ਵੰਤ ਹੈ, ਵਡੇਰੀ ਉਮਰ ਕਰ ਦਈਏ, ਉਹ ਵੀ ਨਾਸ਼ਵਾਨ ਹੈ, ਸਵਰਗਾਂ ਦਾ ਰਾਜ, ਬ੍ਰਹਮਪੁਰੀ ਦਾ ਰਾਜ, ਸਭ ਕੁਝ ਨਾਸ਼ਵਾਨ ਜਾਣ ਕੇ ਮਹਾਰਾਜ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦੇਣ ਲੱਗੇ ਸਨ। ਹਜੂਰ ਗੁਰਿਆਈ ਦਾ ਤਿਲਕ ਹੀ ਲਗਾ ਦੇਣ ਲੱਗੇ ਸੀ ਕਿ ਸਾਨੂੰ ਸ਼ੁੱਧ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਸਿੱਖ ਸਰਵਣ ਕਰਵਾ ਰਹੇ ਹੈ, ਇਹਦੇ ਬਦਲੇ ਹੋਰ ਇਹਦੇ ਤੋਂ ਵੱਡੀ ਦਾਤ ਕੋਈ ਹੋ ਹੀ ਨਹੀਂ ਸਕਦੀ। ਜੋ ਗੁਰਿਆਈ ਤੋਂ ਵੱਡੀ ਕੋਈ ਸੰਸਾਰ ਦੇ ਅੰਦਰ ਤਿੰਨਾਂ ਲੋਕਾਂ ਵਿੱਚ ਦਾਤ ਹੋਵੇ, ਕੋਈ ਨਹੀਂ ਪੁੱਜ ਸਕਦੀ। ਤੇ ਸਾਧ ਸੰਗਤ ਜੀ, ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਇਹ ਫੁਰਨਾ ਆ ਗਿਆ ਕਿ ਜਿਹੜਾ 1.25 ਲੱਖ ਦਾ ਘੋੜਾ ਹੈ ਤੇ 1.25 ਲੱਖ ਦੀ ਸੋਨੇ ਦੀ ਉੱਪਰ ਕਾਠੀ ਹੈ, ਉਹਦੇ ਤੇ ਅਸਵਾਰੀ ਕਰੀਏ ਤੇ ਸਵਰਗਾਂ ਵਰਗੇ ਸੁੱਖ ਦਾ ਮਨ ਨੂੰ ਜਿਹੜਾ ਪ੍ਰਤੀਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਘੋੜਾ ਹੀ ਬਖਸ਼ਿਸ਼ ਕਰ ਦੇਣ, ਇਹ ਫੁਰਨਾ ਕਰ ਲਿਆ। ਸਤਿਗੁਰੂ ਜੀ ਤਾਂ ਗੁਰਿਆਈ ਦਾ ਤਿਲਕ ਲਾਉਣ ਦੇ ਵਾਸਤੇ ਉੱਠਣ ਲੱਗੇ ਸੀ, ਮਹਾਰਾਜ ਨੇ ਫਿਰ ਗੋਡਾ ਉੱਥੇ ਰੱਖ ਲਿਆ। ਤੇ ਹਜੂਰ ਨੇ ਕਿੰਨੇ ਵਰਦਾਨ ਬਖਸ਼ਿਸ਼ ਕੀਤੇ। ਕਹਿਣ ਲੱਗੇ, ਸਿੱਖਾ ਫਿਰ ਵੀ ਤੂੰ ਧੰਨ ਹੈ, ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੁੱਧ ਬਾਣੀ ਇਕਾਗਰਤਾ ਨਾਲ ਬੈਠ ਕਰਕੇ ਸੁਣਾਈ ਹੈ, ਤੂੰ ਸਿੱਖਾ ਫਿਰ ਵੀ ਧੰਨ ਹੈ, ਤੇਰਾ ਉਧਾਰ ਕੀਤਾ, ਤੇਰੀਆਂ ਕੁਲਾਂ ਦਾ ਵੀ ਉਧਾਰ ਕੀਤਾ। ਤੇ ਮਹਾਰਾਜ ਜੀ ਨੇ ਬਹੁਤ ਸਾਰੀਆਂ ਨਾਲ ਮੋਹਰਾਂ ਵੀ ਭਰ ਕਰਕੇ ਦਿੱਤੀਆਂ ਸਨ। ਐਸੀ ਮਹਾਨ ਸਾਧ ਸੰਗਤ ਜੀ,
ਸ਼ਬਦ ਸਰਵਣ ਕਰਵਾਵਣੇ ਦੀ ਇਹ ਦਾਤ ਹੈ। ਮਹਾਰਾਜ ਕਹਿੰਦੇ ਇਹਨੂੰ ਦਾਤ ਕਿਹੜੀ ਅਰਪਣ ਕਰੀਏ ਜਿਹੜਾ ਸਾਨੂੰ ਸ਼ਬਦ ਸਰਵਣ ਕਰਵਾਉਂਦਾ, ਪਰਮਾਤਮਾ ਦੀ ਯਾਦ ਹਿਰਦੇ ਅੰਦਰ ਦਵਾਉਂਦਾ ਹੈ, ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸਾ ਦਿੰਦਾ। ਤੇ ਹਜੂਰ ਕਹਿੰਦੇ ਹਨ ਆਪਣਾ ਸੀਸ ਵੱਢ ਕਰਕੇ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵੋ। ਹੰਕਾਰ ਤੋਂ ਰਹਿਤ ਹੋ ਕੇ ਚਰਨਾਂ ਦੀ ਸੇਵਾ ਕਰਨਾ ਕਰ। ਹੁਕਮੈ ਬੂਝੇ ਸਦਾ ਸੁਖ ਪਾਏ। ਜੇਕਰ ਇਹ ਜੀਵ ਪ੍ਰਮਾਤਮਾ ਦੇ ਹੁਕਮ ਨੂੰ ਬੁੱਝ ਲਵੇ ਫਿਰ ਸਦੀਵੀ ਸੁਖ ਦੀ ਪ੍ਰਾਪਤੀ ਕਰ ਲਵੇ। ਜੇ ਪ੍ਰਮਾਤਮਾ ਦਾ ਹੁਕਮ ਬੁੱਝ ਲੈਂਦਾ ਤਾਂ ਮਹਾਰਾਜ ਕਹਿੰਦੀ ਸਦਾ ਰਹਿਣ ਵਾਲਾ ਸੁਖ ਮਿਲ ਜਾਂਦਾ ਹੈ। ਆਪ ਕਰੇ ਤੈ ਆਪ ਕਰਾਏ। ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਸ੍ਰਿਸ਼ਟੀ ਦੇ ਜੀਵਾਂ ਰੂਪ ਹੋ ਕਰਕੇ ਕਰਮਾਂ ਨੂੰ ਕਰਨ ਵਾਲਾ, ਸਭ ਤੋਂ ਸੰਸਾਰ ਦੇ ਅੰਦਰ ਆਪ ਹੀ ਕਰਮ ਕਰਵਾਉਣ ਵਾਲਾ ਹੈ। ਆਪੇ ਗੁਰਮੁਖ ਨਾਮ ਵਸਾਏ। ਹਜੂਰ ਕਹਿੰਦੇ ਆਪ ਹੀ ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਵਸਾਉਣ ਵਾਲਾ ਹੈ। ਆਪੇ ਗੁਰਮੁਖ ਨਾਮ ਵਸਾਏ, ਆਪ ਹੀ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੇ ਕੇ ਜੀਵ ਦੇ ਹਿਰਦੇ ਅੰਦਰ ਆਪਣਾ ਨਾਮ ਵਸਾ ਦਿੰਦਾ ਹੈ। ਆਪ ਭੁਲਾਵੈ ਆਪ ਮਾਰਗ ਪਾਏ। ਜਿਨ੍ਹਾਂ ਜੀਵਾਂ ਨੂੰ ਆਪਣੇ ਤੋਂ ਭੁਲਾਉਣਾ ਚਾਹੇ ਮਹਾਰਾਜ ਕਹਿੰਦੇ ਉਹਨਾਂ ਦੀ ਮੱਤ ਤੇ ਭਰਮ ਦਾ ਪਰਦਾ ਪਾ ਦਿੰਦਾ ਜਾਂ ਅਵਿਦਿਆ ਦੀ ਨੀਂਦਰਾ ਵਿੱਚ ਸਵਾਲ ਦਿੰਦਾ ਹੈ। ਉਹ ਫਿਰ ਜ਼ਿੰਦਗੀ ਭਰ ਸੁੱਤੇ ਰਹਿੰਦੇ ਹਨ ਅਵਿਦਿਆ ਦੀ ਨੀਂਦਰਾ ਵਿੱਚ, ਅਗਿਆਨਤਾ ਦੀ ਗਾਫਲਤਾਈ ਵਿੱਚ, ਕਦੇ ਉੱਠਦੇ ਨਹੀਂ, ਜਾਗ ਹੀ ਨਹੀਂ ਆਉਂਦੀ ਉਹਨਾਂ ਨੂੰ, ਜਿੰਨਾ ਮਰਜ਼ੀ ਕੋ ਉਠਾਉਣ ਦਾ ਯਤਨ ਕਰੀ ਜਾਵੇ, ਕਿਉਂਕਿ ਪ੍ਰਮਾਤਮਾ ਨੇ ਆਪਣੇ ਵੱਲੋਂ ਭੁਲਾ ਦਿੱਤਾ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਟੇਢੇ ਮਾਰਗ ਤੇ ਸੰਸਾਰ ਦੇ ਵੱਲ ਪਾਇਆ। ਉਹਨਾਂ ਦੀ ਪੂਰਬਲੇ ਕਰਮ ਹੀ ਐਸੇ ਹਨ ਜਿਸ ਕਰਕੇ ਭਾਵ ਭਗਤੀ ਦੇ ਮਾਰਗ ਤੇ ਉਹ ਨਹੀਂ ਚੱਲ ਸਕਦੇ, ਪਰਮਾਰਥ ਦੇ ਪਾਂਧੀ ਨਹੀਂ ਉਹ ਕਦਾਚਿਤ ਵੀ ਬਣ ਸਕਦੇ ਜਿਨ੍ਹਾਂ ਤੇ ਪ੍ਰਮਾਤਮਾ ਦੀ ਮਿਹਰ ਨਹੀਂ ਹੋਵਣਾ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਆਪ ਭੁਲਾਵੈ ਆਪ ਮਾਰਗ ਪਾਏ। ਇੱਕ ਉਹ ਵੀ ਸੰਸਾਰ ਦੇ ਗੁਰਮੁਖ ਪਿਆਰੇ ਵਡਭਾਗੇ ਪੁਰਖ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਪ੍ਰੇਮਾ ਭਗਤੀ ਦੇ ਮਾਰਗ ਤੇ ਚਲਾਇਆ ਹੈ, ਜਿਨ੍ਹਾਂ ਨੂੰ ਭਗਤੀ ਦਾ ਮਾਰਗ ਜੀਵਨ ਦੇ ਅੰਦਰ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਪ੍ਰਮਾਤਮਾ ਆਪੇ ਹੀ ਦਿੰਦਾ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਾਧ ਸੰਗਤ ਜੀ ਸਤ ਸੰਗਤ ਦਾ ਰਸਤਾ ਪ੍ਰਾਪਤ ਹੁੰਦਾ ਹੈ। ਜੇ ਪ੍ਰਮਾਤਮਾ ਦੀ ਮਿਹਰ ਨਾ ਹੋਵੇ ਸਤ ਸੰਗਤ ਤੋਂ ਉਲਟਾ ਫਿਰ ਟੇਢੇ ਪਾਸੇ ਕੁਸੰਗਤ ਦਾ ਫਿਰ ਰਸਤਾ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਫਿਰ ਤਾਂ ਸੰਸਾਰ ਦੇ ਅੰਦਰ ਹਰ ਸਮੇਂ ਵਿਕਾਰਾਂ ਦੇ ਵਿੱਚ ਹੀ ਗ੍ਰਸਿਆ ਹੋਇਆ ਰਹਿੰਦਾ ਹੈ, ਜ਼ਿੰਦਗੀ ਆਪਣੀ ਅਜ਼ਾਈ ਬਤੀਤ ਕਰ ਦਿੰਦਾ। ਪ੍ਰਮਾਤਮਾ ਮਿਹਰ ਕਰੇ ਤੇ ਨਿਰਵਿਕਾਰਾਂ ਵਾਲਾ ਜੀਵਨ ਦੇ ਅੰਦਰ ਰਸਤਾ ਪ੍ਰਾਪਤ ਹੋ ਜਾਂਦਾ। ਕੋਈ ਔਗਣ ਨਹੀਂ, ਕੋਈ ਅੰਦਰ ਵਿਕਾਰ ਨਹੀਂ ਧਾਰਨ ਕਰਦਾ, ਹਰ ਸਮੇਂ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਕਰਕੇ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਜੇ ਪ੍ਰਮਾਤਮਾ ਕਿਰਪਾ ਕਰੇ ਤਾਂ ਇਹ ਜੀਵਨ ਦੇ ਵਿੱਚ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ ਰਸਤੇ ਭਾਵੇਂ ਹੋਰ ਵੀ ਬਹੁਤ ਸਾਰੇ ਨੇ ਸੰਸਾਰ ਅੰਦਰ ਪਰਮਾਤਮਾ ਨੂੰ ਪਾਉਣ ਦੇ ਲਈ, ਪਰ ਇੱਕ ਸਿੱਧਾ ਰਸਤਾ ਹੁੰਦਾ ਤੇ ਇੱਕ ਗੁੰਝਲਦਾਰ ਹੁੰਦਾ ਜਿਹਨੂੰ ਭੂਲ ਭੁਲਈਆ ਕਹਿ ਦਿੱਤਾ ਜਾਂਦਾ। ਕਦਮ ਕਦਮ ਤੇ ਚੁਰਸਤਾ ਆਉਂਦਾ, ਮਨੁੱਖ ਦੁਬਦਾ ਵਿੱਚ ਫਸਿਆ ਰਹਿੰਦਾ, ਕਿਸ ਪਾਸੇ ਜਾਵਾਂ, ਸੱਜੇ ਜਾਵਾਂ ਕਿ ਖੱਬੇ ਜਾਵਾਂ, ਸਿੱਧਾ ਜਾਵਾਂ ਕਿ ਪਿੱਛੇ ਮੁੜਾਂ, ਹਰ ਸਮੇਂ ਦੁਬਦਾ ਦਾ ਸ਼ਿਕਾਰ ਹੋਇਆ ਰਹਿੰਦਾ। ਉਹ ਭੂਲ ਭੁਲਈਏ ਵਾਲੇ ਵੀ ਰਸਤੇ ਭਾਵੇਂ ਜਾਂਦੇ ਆ ਪਰ ਬਹੁਤ ਲੰਬੇਰਾ ਸਮਾਂ ਲੱਗਦਾ, ਪਤਾ ਨਹੀਂ ਕਿੰਨੇ ਕੁ ਜਨਮ ਧਾਰਨ ਕਰਨੇ ਪੈਂਦੇ ਆ, ਬਾਰ-ਬਾਰ ਜਨਮਦਾ ਹੈ, ਮਰਦਾ, ਫਿਰ ਉੱਥੇ ਕੋ ਆ ਕੇ ਡਿੱਗ ਪੈਂਦਾ। ਪਰ ਜਿਹੜਾ ਸਿੱਧਾ ਰਸਤਾ ਹੈ ਨਾ ਪ੍ਰੇਮਾ ਭਗਤੀ ਦਾ ਮਾਰਗ, ਇਹ ਛੇਤੀ ਪਰਮਾਤਮਾ ਦੇ ਘਰ ਜੀਵ ਨੂੰ ਪਹੁੰਚਾ ਦਿੰਦਾ ਹੈ। ਕਿ ਜਾਂ ਸਾਧ ਸੰਗਤ ਜੀ ਵਲ ਵੇਲੇ ਖਾ ਕਰਕੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਹੋ ਕੇ ਜਾਣਾ ਜਾਂ ਸਿੱਧੇ ਰਸਤੇ 'ਤੇ ਚਲੇ ਜਾਣਾ, ਉਹਦੇ ਵਿੱਚ ਤਾਂ ਫਰਕ ਪੈਂਦਾ ਹੀ ਹੈ ਨਾ। ਗਰੀਬ ਨਵਾਜ ਮਹਾਰਾਜ ਕਹਿੰਦੇ ਗੁਰਸਿੱਖੋ ਪ੍ਰਮਾਤਮਾ ਜਿਨ੍ਹਾਂ ਨੂੰ ਭੁਲਾਉਣਾ ਚਾਹੇ ਨਾ ਉਹਨਾਂ ਦੀ ਮੱਤ 'ਤੇ ਪਰਦਾ ਪਾ ਕਰਕੇ ਮੋਹ ਮਮਤਾ ਦਾ ਭੁਲਾ ਦਿੰਦਾ। ਉਹਨਾਂ ਦੇ ਹਿਰਦੇ ਅੰਦਰ ਕਦੇ ਆਪਣੀ ਯਾਦ ਆਉਣ ਹੀ ਨਹੀਂ ਦਿੰਦਾ। ਅਤੇ ਜਿਨ੍ਹਾਂ ਨੂੰ ਸਿੱਧੇ ਰਸਤੇ 'ਤੇ ਚਲਾਉਣਾ ਚਾਹੇ ਉਹਨਾਂ ਦੇ ਹਰ ਜਿਹੜੇ 5 ਪ੍ਰਕਾਰ ਦੇ ਭਰਮ ਹਨ, ਫਿਰ ਸੰਸਾਰ ਦੀ ਮੋਹ ਮਮਤਾ ਦੇ ਪਰਦੇ ਹਨ, ਅਵਿਦਿਆ ਦੀ ਨਿੰਦਰਾ ਤੋਂ ਵੀ ਉਹਨਾਂ ਨੂੰ ਉਠਾ ਕਰਕੇ ਰੱਖਦਾ।
ਸਦਾ ਹੀ ਸਿੱਧੇ ਰਸਤੇ ਤੇ ਪਰਮੇਸ਼ਰ ਚਲਾਉਂਦਾ ਹੈ। ਸੱਚੇ ਸ਼ਬਦ ਸੱਚ ਸਮਾਏ, ਸੱਚੇ ਸ਼ਬਦ ਦੁਆਰਾ ਹੀ ਗੁਰਮੁਖਾਂ ਦਾ ਸੱਚ ਦੇ ਵੀ ਸਮਾਉਣਾ ਹੋਇਆ ਹੈ। ਜਿਨ੍ਹਾਂ ਨੇ ਮਹਾਰਾਜ ਜੀ ਦਾ ਸੱਚਾ ਉਪਦੇਸ਼ ਧਾਰਨ ਕਰ ਲਿਆ ਹੈ, ਸੱਚ ਸਮਾਏ, ਉਹ ਫਿਰ ਸਚਿਆਰ ਰੂਪ ਹੋ ਗਏ ਨੇ। ਉਹਨਾਂ ਦਾ ਸੱਚੇ ਪਰਮਾਤਮਾ ਦੇ ਵੀ ਸਮਾਉਣਾ ਹੋਇਆ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਸੱਚਾ ਪਰਮਾਤਮਾ ਦਾ ਸ਼ਬਦ ਬ੍ਰਹਮ ਸਰੂਪ ਹੈ। ਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੀ ਜਿਹੜੀ ਨਾਮ ਬਾਣੀ ਉਹ ਵੀ ਸੱਚੀ ਹੈ। ਪਰਮਾਤਮਾ ਦੀ ਨਾਮ ਬਾਣੀ ਵੀ ਸੱਚੀ ਹੈ, ਪਰਮਾਤਮਾ ਦਾ ਸਰੂਪ ਵੀ ਸੱਚਾ ਹੈ। ਹੋਰ ਤਾਂ ਮਹਾਰਾਜ ਕਹਿੰਦੇ ਸਭ ਕੁਝ ਸੰਸਾਰ ਦੇ ਅੰਦਰ ਝੂਠਾ ਹੈ, ਕੇਵਲ ਇੱਕ ਬ੍ਰਹਮ ਸਰੂਪ ਹੈ ਜੋ ਸਦੀਵੀ ਕਾਲ ਦੀ ਰਹਿਣ ਵਾਲਾ ਸੱਚਾ ਹੈ। ਤੇ ਉਸ ਬ੍ਰਹਮ ਸਰੂਪ ਜੀ ਦਾ, ਪਰਮਾਤਮਾ ਜੀ ਦਾ ਨਾਮ, ਵਾਹਿਗੁਰੂ ਦਾ ਸਿਮਰਨ, ਇਹ ਵੀ ਸਦਾ ਰਹਿਣ ਵਾਲਾ, ਜੁਗੋ ਜੁਗ ਅਟਲ ਰਹਿਣ ਵਾਲਾ ਸੱਚਾ ਹੈ। ਗੁਰਮੁਖ ਜੁਗ ਜੁਗ ਆਖ ਵਖਾਣੀ, ਹਜੂਰ ਕਹਿੰਦੇ ਹਨ ਗੁਰਮੁਖਾਂ ਨੇ ਜੁਗਾਂ ਜੁਗਾਂ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਕਹਿ ਕਹਿ ਕੇ ਵਖਿਆਨ ਕਰ ਕਰਕੇ ਉਚਾਰਨ ਕੀਤਾ ਹੈ। ਜਿਨ੍ਹਾਂ ਨੇ ਗੁਰਮੁਖਤਾਈ ਧਾਰਨ ਕੀਤੀ ਹੈ, ਜਿਨ੍ਹਾਂ ਨੇ ਜੀਵਨ ਵਿੱਚ ਗੁਰੂ ਧਾਰਨ ਕੀਤਾ, ਭਾਵੇਂ ਕਿਸੇ ਵੀ ਯੁੱਗ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਮਹਾਰਾਜ ਕਹਿੰਦੇ ਉਹਨਾਂ ਨੇ ਪਰਮਾਤਮਾ ਦਾ ਨਾਮ ਕਥਨ ਕਰ ਕਰਕੇ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਹੈ। ਮਨਮੁਖ ਮੋਹੇ ਭਰਮ ਭੁਲਾਣੀ, ਪਰ ਜੋ ਮਨਮੁਖ ਜੀਵ ਹਨ, ਉਹਨਾਂ ਨੇ ਸੰਸਾਰ ਦੀ ਮੋਹ ਮਮਤਾ ਵਿੱਚ ਗ੍ਰਸੇ ਹੋਣੇ ਕਰਕੇ ਪਰਮਾਤਮਾ ਨੂੰ ਭੁਲਾ ਦਿੱਤਾ। ਸੰਸਾਰ ਦੇ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਪਰਮਾਤਮਾ ਨੂੰ ਭੁਲਾਈ ਬੈਠੇ ਹਨ। ਉਹ ਹਰ ਸਮੇਂ ਸੰਸਾਰ ਨੂੰ ਯਾਦ ਕਰਦੇ ਆ, ਸਕੇ ਸੰਬੰਧੀਆਂ ਮਿੱਤਰਾਂ ਨੂੰ ਯਾਦ ਕਰਦੇ ਰਹਿੰਦੇ ਕਿ ਇਹਨਾਂ ਹੀ ਸਾਡੇ ਸਹਾਇਕ ਬਣਨਾ। ਧਨ ਪਦਾਰਥਾਂ ਨੂੰ ਚੇਤੇ ਕਰਦੇ ਰਹਿੰਦੇ ਕਿ ਇਹੋ ਹੀ ਸਾਡੇ ਸਹਾਇਕ ਹੋਣਾ। ਪਰ ਮਹਾਰਾਜ ਕਹਿੰਦੇ ਅਗਿਆਤ ਹੋਣੇ ਕਰਕੇ ਸੰਸਾਰ ਅੰਦਰ ਗ੍ਰਸੇ ਰਹਿੰਦੇ ਆ। ਪਰ ਜਿਹੜੇ ਗੁਰਮੁਖ ਜੀਵ ਹਨ, ਉਹਨਾਂ ਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਭਾਵੇਂ ਧਨ ਪਦਾਰਥ ਹੈ, ਚਾਹੇ ਸੰਸਾਰ ਦੇ ਅੰਦਰ ਸਕੇ ਸੰਬੰਧੀ ਧੀਆਂ ਪੁੱਤਰ ਰਿਸ਼ਤੇਦਾਰ ਮਿੱਤਰ ਹਨ, ਸੰਬੰਧੀ ਹੈ, ਇਹਨਾਂ ਵਿੱਚੋਂ ਕਿਸੇ ਵੀ ਅੰਤ ਸਮੇਂ ਮੇਰੇ ਸਹਾਇਕ ਨਹੀਂ ਬਣਦਾ। ਇਸ ਲਈ ਮਹਾਰਾਜ ਕਹਿੰਦੇ ਜਿੰਨੇ ਸਹਾਇਕ ਬਣਨਾ ਨੂੰ ਫਿਰ ਯਾਦ ਕਰਦੇ ਹਨ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਪਰ ਮਨਮੁਖ ਜੀਵ ਸੰਸਾਰ ਦੇ ਭਰਮਾਂ ਕਰਕੇ ਭਟਕਦੇ ਹਨ। ਬਿਨ ਨਾਵੈ ਸਭ ਫਿਰੈ ਬੋਰਾਣੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੀ ਲੋਕਾਈ ਭੌਰਿਆਂ ਦੀ ਤਰ੍ਹਾਂ, ਝੱਲਿਆਂ ਦੀ ਤਰ੍ਹਾਂ ਫਿਰ ਰਹੀ ਹੈ। ਪਾਗਲਾਂ ਦੀ ਤਰ੍ਹਾਂ ਸੰਸਾਰ ਦੇ ਜੀਵ ਠੋਕਰਾਂ ਖਾ ਰਹੇ ਹਨ। ਜਿਵੇਂ ਪਾਗਲ ਬੰਦੇ ਨੂੰ ਕਹੀਏ ਕਿ ਤੂੰ ਪਾਗਲ ਹੈ, ਤੂੰ ਝੱਲਾ ਹੈ, ਤੂੰ ਮੂਰਖ ਹੈ, ਤੇ ਸਾਧ ਸੰਗਤ ਜੀ ਉਹ ਮੰਨਦਾ ਨਹੀਂ। ਉਹ ਅੱਗੋਂ ਕਹਿੰਦਾ ਕਿ ਨਹੀਂ, ਮੈਂ ਪਾਗਲ ਨਹੀਂ, ਤੁਸੀਂ ਸਾਰੇ ਪਾਗਲ ਹੋ, ਤੁਸੀਂ ਸਾਰੇ ਸ਼ੁਦਾਈ ਹੋ, ਸਾਰੇ ਝੱਲੇ ਹੋ, ਮੈਂ ਤਾਂ ਚੰਗਾ ਭਲਾ। ਉਹ ਨਹੀਂ ਕਦੇ ਵੀ ਮੰਨਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਆ ਜਾਂਦਾ ਕਿ ਸੰਸਾਰ ਨਾਮ ਤੋਂ ਬਿਨਾਂ ਕਮਲਾ ਹੋ ਗਿਆ ਫਿਰ ਰਿਹਾ ਹੈ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਆਇਆ ਕਿ ਜਗ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਮਲਾ, ਕਮਲਿਆਂ ਦੀ ਤਰ੍ਹਾਂ ਸੰਸਾਰ ਦੇ ਅੰਦਰ ਝੱਲੀਆਂ ਮਾਰ ਰਿਹਾ, ਦਰ ਦਰ ਤੇ ਠੋਕਰਾਂ ਖਾ ਰਿਹਾ ਹੈ। ਪਰ ਮਨਮੁਖ ਬੰਦਾ ਜਿਹੜਾ ਕਮਲਾ ਨਾਮ ਤੋਂ ਹੀਣਾ, ਉਹ ਨਹੀਂ ਕਦਾ ਚਿੱਤ ਵੀ ਮੰਨਣਾ ਕਰਦਾ। ਸੋ ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਬਿਨ ਨਾਵੈ ਸਭ ਫਿਰੈ ਬਉਰਾਣੀ, ਬੌਰਿਆਂ ਦੀ ਤਰ੍ਹਾਂ ਸ੍ਰਿਸ਼ਟੀ ਫਿਰ ਰਹੀ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਾਗਲਾਂ ਵਾਂਗ ਭਟਕ ਰਹੀ ਹੈ। ਤੀਨ ਭਵਨ ਮਹਿ ਏਕਾ ਮਾਇਆ, ਤਿੰਨਾਂ ਭਵਨਾਂ ਦੇ ਵਿੱਚ ਪਰਮਾਤਮਾ ਦੀ ਪੈਦਾ ਕੀਤੀ ਹੋਈ ਮਾਇਆ, ਪ੍ਰਬਲ ਮਾਇਆ ਵਰਤ ਰਹੀ ਹੈ। ਤਿੰਨਾਂ ਭਵਨਾਂ ਦੇ ਵਿੱਚ ਭਾਵੇਂ ਸਾਧ ਸੰਗਤ ਜੀ ਮਾਤ ਲੋਕ ਹੈ, ਚਾਹੇ ਸਾਧ ਸੰਗਤ ਜੀ ਦੇਵਤਿਆਂ ਦਾ ਲੋਕ ਹੈ, ਭਾਵੇਂ ਪਤਾਲ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਪ੍ਰਬਲ ਮਾਇਆ ਸਭ ਥਾਵਾਂ ਤੇ ਵਰਤ ਰਹੀ ਹੈ। ਭਾਵੇਂ ਕਿਤੇ ਆਕਾਸ਼ ਦੇ ਵਿੱਚ ਇਹਦਾ ਆਕਾਸ਼ ਉੱਡਣ ਵਾਲੇ ਜੀਵ ਹਨ, ਭਾਵੇਂ ਪਤਾਲ ਦੀ ਵਿੱਚ ਭੁਜੰਗ ਸੱਪ ਆਦਿਕ ਰਹਿਣ ਵਾਲੇ ਨੇ, ਭਾਵੇਂ ਮਾਤ ਲੋਕ ਤੇ ਹੈ,
ਸਭ ਥਾਵਾਂ ਤੇ ਪਰਮੇਸ਼ਰ ਦੀ ਪ੍ਰਬਲ ਮਾਇਆ ਹੀ ਵਰਤ ਰਹੀ ਹੈ। ਮੂਰਖ ਪੜ ਪੜ ਦੂਜਾ ਭਾਉ ਦਰੜਾਇਆ। ਮੂਰਖ ਜੋ ਬੇਸਮਝ ਮਨੁੱਖ ਹੈ, ਉਹਨੇ ਦਵੈਸ਼ ਭਾਵਨਾ ਵਾਲੀ ਵਿਦਿਆ ਪੜ੍ਹ ਪੜ੍ਹ ਕੇ ਮਹਾਰਾਜ ਕਹਿੰਦੇ ਆਪਣਾ ਜੀਵਨ ਅਜਾਈਂ ਗਵਾ ਲਿਆ ਹੈ। ਮੂਰਖ ਪੜ੍ਹ ਪੜ੍ਹ ਜਿਹੜਾ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਬੇਸਮਝ ਮਨੁੱਖ ਹੈ ਨਾ, ਜਾਂ ਫਿਰ ਵਿਦਿਆ ਪੜ੍ਹ ਕੇ ਹੰਕਾਰ ਕਰਦਾ, ਜਿਵੇਂ ਹਜੂਰ ਦਾ ਬਚਨ ਆਉਂਦਾ ਨਾ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਜੋ ਵਿਦਿਆ ਪੜ੍ਹ ਕੇ ਮਨ ਵਿੱਚ ਹੰਕਾਰ ਕਰਦਾ ਨੂੰ ਮਹਾਰਾਜ ਕਹਿੰਦੇ ਉਹ ਮੂਰਖ ਹੈ। ਲੱਭ ਕਰਦਾ ਹੈ, ਲੋਭ ਕਰਦਾ, ਲੋਭੀ ਬਣ ਜਾਂਦਾ, ਹੰਕਾਰ ਕਰਦਾ, ਤੇ ਸਤਿਗੁਰੂ ਜੀ ਕਹਿੰਦੇ ਜਾਣੋ ਕਿ ਵੱਡਾ ਮੂਰਖ ਹੈ। ਵਿਦਵਾਨ ਹੋਣ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਮੂਰਖ ਦਾ ਮੂਰਖ ਹੀ ਰਿਹਾ, ਪੜ੍ਹ ਕਰਕੇ ਜਿਹੜਾ ਹੰਕਾਰ ਕਰਦਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦ੍ਰਿੜਾਇਆ। ਦਵੈਸ਼ ਭਾਵਨਾ ਵਾਲਾ ਪਿਆਰ ਮਨ ਦੇ ਵਿੱਚ ਪਰਪੱਕ ਕਰ ਲਿਆ। ਜੋ ਪਰਮੇਸ਼ਰ ਦਾ ਪਿਆਰ ਹਿਰਦੇ ਅੰਦਰ ਧਾਰਨ ਕਰਨਾ ਸੀ ਉਹ ਨਹੀਂ ਕੀਤਾ, ਕਿ ਪ੍ਰਮਾਤਮਾ ਦੇ ਪਿਆਰ ਕਰਕੇ ਮੈਂ ਭਵ ਸਾਗਰ ਤੋਂ ਪਾਰ ਹੋਣਾ ਹੈ। ਗੁਰੂ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਹੋਣੇ ਕਰਕੇ ਹੀ ਮੇਰਾ ਪਾਰ ਉਤਾਰਾ ਹੋਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੀ ਵਿਦਿਆ ਪੜ੍ਹ ਪੜ੍ਹ ਕੇ ਦਵੈਸ਼ ਭਾਵਨਾ ਵਾਲਾ ਪਿਆਰ ਮਨ ਵਿੱਚ ਧਾਰਨ ਕਰ ਲਿਆ। ਦਵੈਸ਼ ਕੀ ਹੈ? ਸੰਸਾਰ। ਸੰਸਾਰ ਦਾ ਦੂਜਾ ਨਾਮ ਸਾਧ ਸੰਗਤ ਜੀ ਦਵੈਸ਼ ਹੈ, ਦੁਬਦਾ ਹੈ। ਹਰ ਸਮੇਂ ਮਨ ਦੇ ਅੰਦਰ ਦੁਬਦਾ ਬਣੀ ਰਹਿੰਦੀ ਹੈ, ਹਰ ਸਮੇਂ ਮਨ ਦੇ ਅੰਦਰ ਈਰਖਾ ਬਣੀ ਰਹਿੰਦੀ ਹੈ। ਕੋਈ ਕਿਸੇ ਨਾਲ ਈਰਖਾ ਕਰ ਰਿਹਾ, ਕੋਈ ਕਿਸੇ ਨਾਲ ਕਰੀ ਜਾ ਰਿਹਾ ਹੈ। ਆਪਣੇ ਦੇ ਨਾਲ ਹੀ ਸਾਧ ਸੰਗਤ ਜੀ ਈਰਖਾ ਕਰੀ ਜਾ ਰਿਹਾ। ਭਰਾ ਭਰਾ ਦੇ ਨਾਲ, ਭਰਾ ਭੈਣ ਦੇ ਨਾਲ, ਭੈਣ ਭਰਾ ਦੇ ਤਾਂ ਈਰਖਾ ਕਰ ਰਹੀ ਹੈ। ਇਸ ਪ੍ਰਕਾਰ ਸੰਸਾਰ ਮਹਾਰਾਜ ਕਹਿੰਦੇ ਹੈ ਹੀ ਈਰਖਾ ਦਾ ਘਰ ਹੈ, ਤਾਂ ਇਹਨੂੰ ਦਵੈਸ਼ ਕਿਹਾ ਜਾਂਦਾ ਹੈ। ਔਰ ਇਸੇ ਪ੍ਰਕਾਰ ਜਿਵੇਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਹਨ ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦ੍ਰਿੜਾਇਆ। ਦਵੈਸ਼ ਭਾਵਨਾ ਵਾਲਾ ਭਾਵ ਕਿ ਸੰਸਾਰ ਦਾ ਪਿਆਰ ਹਿਰਦੇ ਅੰਦਰ ਪਰਪੱਕ ਕਰ ਲਿਆ, ਜਿਨ੍ਹਾਂ ਨੇ ਕੇਵਲ ਸੰਸਾਰ ਦੀ ਦੁਨਿਆਵੀ ਵਿਦਿਆ ਹੀ ਪੜ੍ਹਨਾ ਕੀਤੀ ਹੈ। ਔਰ ਬ੍ਰਹਮ ਵਿਦਿਆ ਤੋਂ ਜਿਨ੍ਹਾਂ ਨੇ ਹੀਣੇ ਹੋ ਕਰਕੇ ਰਹਿਣਾ ਕੀਤਾ, ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਪਰਮਾਤਮਾ ਦਾ ਪਿਆਰ ਸਭ ਤੋਂ ਉੱਚਾ ਹੈ। ਵਾਹਿਗੁਰੂ ਦਾ ਪਿਆਰ ਹਿਰਦੇ ਅੰਦਰ ਲੱਗ ਜਾਵੇ, ਇਹ ਵਡਮੁੱਲੀ ਅਮੋਲਕ ਦਾਤ ਹੈ। ਮਹਾਰਾਜ ਹਜੂਰ ਦਾ ਬਚਨ ਆਉਂਦਾ ਨਾ, ਜਿਨ੍ਹਾਂ ਨੇ ਪਿਆਰ ਧਾਰਨ ਕੀਤਾ, ਸਾਜ ਕਹੋ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਇਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਪਿਆਰ ਲੱਗਾ ਹੈ। ਬਹੁ ਕਰਮ ਕਮਾਵੇ ਦੁੱਖ ਸਵਾਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਬਹੁਤੇ ਸੰਸਾਰ ਦੇ ਕਰਮ ਕਾਂਡ ਕੀਤੇ ਹੈ, ਜਾਣੋ ਕਿ ਉਹਨਾਂ ਨੇ ਬਹੁਤੇ ਦੁੱਖਾਂ ਨੂੰ ਪ੍ਰਾਪਤ ਕੀਤਾ, ਬਹੁਤੇ ਦੁੱਖਾਂ ਦੇ ਸਹਿਤ ਹੋ ਗਏ ਹਨ। ਜਿਨ੍ਹਾਂ ਨੇ ਨਾਨਾ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨਾ ਕੀਤੇ ਹੈ। ਬਹੁ ਕਰਮ ਕਮਾਵੇ ਦੁੱਖ ਸਬਾਇਆ। ਸਭ ਆਇਆ, ਸਾਰੇ ਦੁੱਖ ਹੀ ਉਹਨਾਂ ਦੇ ਅੰਦਰ ਆ ਗਏ ਹਨ, ਸਾਰੇ ਦੁੱਖ ਆ ਕਰਕੇ ਉਹਨਾਂ ਨੂੰ ਚੰਬੜ ਗਏ ਹੈ। ਜਾਂ ਸਭ ਤੋਂ ਵੱਡੇ ਜਿਹੜੇ ਜੰਮਣ ਤੇ ਮਰਨ ਦੇ ਦੁੱਖ ਹਨ, ਮਹਾਰਾਜ ਕਹਿੰਦੇ ਉਹਨਾਂ ਜੀਵਾਂ ਨੂੰ ਆ ਕਰਕੇ ਲੱਗੇ ਹੈ ਬਹੁ ਕਰਮ ਕਮਾਵੇ। ਜਿਨ੍ਹਾਂ ਨੇ ਬਹੁਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕੀਤੇ ਹੈ, ਪਰਮੇਸ਼ਰ ਦਾ ਭਜਨ ਤਾਂ ਨਹੀਂ ਜ਼ਿੰਦਗੀ ਵਿੱਚ ਕੀਤਾ, ਵਾਹਿਗੁਰੂ ਦਾ ਜਸ ਤਾਂ ਨਹੀਂ ਕਦੇ ਵੀ, ਪਰਮਾਤਮਾ ਨੂੰ ਤਾਂ ਭਾਵੇਂ ਕਦੇ ਚੇਤੇ ਕੀਤਾ ਨਹੀਂ, ਪਰ ਸੰਸਾਰ ਦੀ ਲੋਕ ਲੱਜਾ ਰੱਖਣ ਦੇ ਵਾਸਤੇ ਕਰਮ ਕਾਂਡ ਜ਼ਰੂਰ ਬਰ ਜ਼ਰੂਰ ਕੀਤੇ ਹਨ। ਕਰਮ ਕਾਂਡ ਹੈ ਕੀ ਹੈ? ਸਾਧ ਸੰਗਤ ਜੀ, ਕੋਈ ਮਨੁੱਖ ਨਾ ਪੱਤਿਆਂ ਨੂੰ ਪਾਣੀ ਪਾ ਰਿਹਾ ਸੀ, ਬੋਹੜ ਦੇ ਪੱਤਿਆਂ ਨੂੰ, ਤੇ ਸਿਆਣੇ ਪੁਰਖ ਨੇ ਆ ਕਰਕੇ ਕਿਹਾ ਕਿ ਕੀ ਕਰ ਰਹੇ ਹੈ? ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ, ਮੇਰੇ ਵੱਡੇ ਵਡੇਰੇ ਕਰਦੇ ਰਹੇ, ਇਸ ਕਰਕੇ ਮੈਂ ਵੀ ਜ਼ਰੂਰ ਕਰਨਾ। ਤੇ ਜੇ ਤਾਂ ਜੜ੍ਹਾਂ ਦੇ ਵਿੱਚ ਪਾਉਂਦਾ ਹੋਵੇ, ਸਾਧ ਸੰਗਤ ਜੀ ਮੁੱਢ ਨੂੰ ਪਾ ਰਿਹਾ ਹੋਵੇ, ਤੇ ਬੰਦਾ ਸਿਆਣ ਲੈਂਦਾ ਕਿ ਹਰਿਆਵਲਤਾ ਵਾਸਤੇ ਇਹ ਰੁੱਖ ਨੂੰ ਪਾਣੀ ਦੀ ਲੋੜ ਹੈ, ਪਾਣੀ ਕਰਕੇ ਜਿਉਂਦੇ ਰਹਿੰਦੇ ਹੈ, ਫਿਰ ਤਾਂ ਮੰਨ ਲਵੇ। ਪਰ ਪੱਤਿਆਂ ਨੂੰ ਪਾਣੀ ਪਾ ਰਿਹਾ ਹੈ, ਉਹ ਇੱਕ ਕਰਮ ਕਾਂਡ ਹੈ। ਪਤਾ ਨਹੀਂ ਕਿ ਇਹਦਾ ਫਾਇਦਾ ਕੀ, ਇਹਦਾ ਲਾਭ ਕੀ। ਕਹਿੰਦਾ ਮੇਰੇ ਵਡੇਰੇ ਕਰਦੇ ਰਹੇ, ਮੈਂ ਵੀ ਜ਼ਰੂਰ ਬਰ ਜ਼ਰੂਰ ਕਰਨਾ। ਇਹਨੂੰ ਕਰਮ ਕਾਂਡ ਕਹਿ ਦਿੱਤਾ ਜਾਂਦਾ। ਪਤਾ ਕੁਝ ਨਹੀਂ ਹੈ, ਪਰ ਸੰਸਾਰ ਦੇ ਅੰਦਰ ਵੇਖਾ ਵਿਖਾਈ ਉਸੇ ਤਰ੍ਹਾਂ ਕਰੀ ਜਾਣਾ ਹੈ। ਐਸੇ ਮਹਾਰਾਜ ਕਹਿੰਦੇ ਜਿਹੜੇ ਜੀਵ ਹਨ ਬਹੁ ਕਰਮ ਕਮਾਵੇ ਦੁੱਖ ਸਬਾਇਆ।
ਸਭ ਦੁੱਖ ਆ ਕਰਕੇ ਉਹਨਾਂ ਨੂੰ ਚੰਬੜ ਜਾਂਦੇ ਨੇ, ਜਿਹੜੇ ਕੇਵਲ ਵਿਖਾਵੇ ਮਾਤਰ ਹੀ ਸੰਸਾਰ ਦੇ ਕਰਮ ਕਾਂਡਾਂ ਦੇ ਵਿੱਚ ਹਰ ਸਮੇਂ ਗਰਸੇ ਰਹਿੰਦੇ ਨੇ, ਪਰਮਾਤਮਾ ਨੂੰ ਕਦੇ ਵੀ ਯਾਦ ਨਹੀਂ ਕਰਦੇ। ਸਤਿਗੁਰ ਸੇਵ ਸਦਾ ਸੁਖ ਪਾਇਆ। ਤੇ ਸਤਿਗੁਰੂ ਜੀ ਸਦੀਵੀ ਸੁਖ ਕਿਹਨਾਂ ਨੇ ਪਾਇਆ? ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਗੁਰੂ ਬਚਨਾਂ ਨੂੰ ਸਤ ਕਰਕੇ ਮੰਨਿਆ ਹੈ, ਜਿਨ ਸੇਵਿਆ ਤਿਨ ਪਾਇਆ ਮਾਨ। ਮਾਣ ਉਹਨਾਂ ਨੂੰ ਪ੍ਰਾਪਤ ਹੁੰਦਾ ਵਾਹਿਗੁਰੂ ਦੀ ਪ੍ਰਾਪਤੀ ਦਾ, ਜੋ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ, ਜੋ ਮਹਾਰਾਜ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨ ਲੈਂਦੇ ਨੇ, ਤੇ ਇਹਨਾਂ ਨੂੰ ਸਦੀਵੀ ਕਾਲ ਰਹਿਣ ਵਾਲਾ ਮਾਣ ਮਿਲ ਜਾਂਦਾ ਹੈ, ਤੇ ਇਹਨਾਂ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰ ਲੈਂਦੇ ਹਨ। ਅੰਮ੍ਰਿਤ ਮੀਠਾ ਸ਼ਬਦ ਵਿਚਾਰ। ਹੇ ਜੀਵ, ਪ੍ਰਮਾਤਮਾ ਦਾ ਨਾਮ ਅੰਮ੍ਰਿਤ ਬੜਾ ਮਿਠਾਸ ਭਰਿਆ ਹੈ, ਬਹੁਤ ਮਿੱਠਾ ਹੈ, ਪਰ ਸਮਝ ਤਾਂ ਪਵੇਗੀ, ਮਿਠਾਸ ਤਾਂ ਪ੍ਰਾਪਤ ਹੋਵੇਗੀ ਜੇ ਸ਼ਬਦ ਦੀ ਵਿਚਾਰ ਕਰੇਗਾ। ਨਹੀਂ ਤਾਂ ਸਾਧ ਸੰਗਤ ਜੀ, ਮਨਮੁਖ ਬੰਦੇ ਨੂੰ ਜ਼ਹਿਰ ਦੀ ਤਰ੍ਹਾਂ ਕੌੜਾ ਲੱਗਦਾ। ਪ੍ਰਮਾਤਮਾ ਦਾ ਨਾਮ ਵੇਖਿਆ ਮਿੱਠੀ, ਵੇਖ ਜਿਹੜੀ ਜ਼ਹਿਰ ਆ ਨਾ, ਉਹ ਉਹਨਾਂ ਨੂੰ ਮਿਠਾਸ ਭਰੀ ਲੱਗਦੀ, ਤੇ ਨਾਮ ਅੰਮ੍ਰਿਤ ਕੌੜਾ ਲੱਗਦਾ। ਤਾਂ ਹੀ ਤਾਂ ਸਾਖਤ ਪੁਰਸ਼ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਹੀ ਪਰਮੇਸ਼ਰ ਦੀ ਯਾਦ ਵਿੱਚ ਜੁੜਦਾ ਨਹੀਂ ਹੈ, ਕਿਉਂਕਿ ਮਨ ਨੂੰ ਚੰਗਾ ਨਹੀਂ ਲੱਗਦਾ। ਤੇ ਹਜ਼ੂਰ ਦੇ ਬਚਨ ਹਨ, ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ, ਕਿ ਪ੍ਰਮਾਤਮਾ ਦਾ ਨਾਮ ਵੀ ਅੰਮ੍ਰਿਤ ਵਰਗਾ ਮਿਠਾਸ ਭਰਿਆ ਹੈ। ਮਹਾਰਾਜ ਜੀ ਦੀ ਬਾਣੀ ਵੀ ਅੰਮ੍ਰਿਤ ਵਰਗੀ ਮਿਠਾਸ ਭਰੀ ਹੈ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਪਰ ਮਹਾਰਾਜ ਕਹਿੰਦੇ ਕੋਈ ਅੰਤਰਮੁਖੀ ਬਿਰਤੀ ਕਰਕੇ ਇਸ ਨੂੰ ਮਿਠਾਸ ਨੂੰ ਕੋਈ ਚੱਖਣ ਦਾ ਯਤਨ ਕਰੇ ਤਾਂ ਸਹੀ, ਤਾਂ ਹੀ ਪ੍ਰਾਪਤ ਹੋਵੇਗੀ ਨਾ। ਹੋਰ ਦੁਨੀਆ ਦੀ ਮਿਠਾਸ ਪਦਾਰਥਾਂ ਦੀ ਹਰ ਸਮੇਂ ਚੱਖਦਾ ਰਹਿੰਦਾ, ਬਾਰ-ਬਾਰ ਸਵਾਦਿਸ਼ਟ ਪਦਾਰਥਾਂ ਨੂੰ ਛਕਣ ਦੇ ਵਿੱਚ ਲੱਗਾ ਰਹਿੰਦਾ, ਪਰ ਪਰਮੇਸ਼ਰ ਦਾ ਨਾਮ ਨਹੀਂ ਕਦਾਚਿਤ ਵੀ ਜਪਦਾ। ਇਸ ਲਈ ਪਾਤਸ਼ਾਹ ਜੀ ਫਰਮਾਉਂਦੇ ਨੇ, ਅੰਮ੍ਰਿਤ ਮੀਠਾ ਸ਼ਬਦ ਵਿਚਾਰ। ਹੇ ਜੀਵ, ਗੁਰੂ ਸ਼ਬਦ ਦੀ ਵਿਚਾਰ ਦੁਆਰਾ ਮਹਾਰਾਜ ਜੀ ਦੀ ਵਿਚਾਰ ਧਾਰਾ ਧਾਰਨ ਕਰਨੇ ਕਰਕੇ ਹੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਤੇ ਜਿਨ੍ਹਾਂ ਦੀ ਸਤਿਗੁਰੂ ਜੀ ਹਿਰਦੇ ਅੰਦਰ ਸਿੱਖਿਆ, ਮਹਾਰਾਜ ਆਪਣਾ ਉਪਦੇਸ਼ ਵਸਾ ਦਿੰਦੇ ਹਨ, ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਫਿਰ ਮਿੱਠਾ ਲੱਗਦਾ। ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਹਿਰਦਿਓਂ ਪਿਆਰ ਲੱਗ ਜਾਂਦਾ, ਫਿਰ ਛੱਡਣ ਨੂੰ ਚਿੱਤ ਨਹੀਂ ਕਰਦਾ। ਮਿੱਠਾ ਪਦਾਰਥ, ਸਵਾਦਿਸ਼ਟ ਪਦਾਰਥ ਮਿਲੇ ਤੇ ਛੱਡਣ ਨੂੰ ਚਿੱਤ ਨਹੀਂ ਕਰਦਾ। ਇਵੇਂ ਮਹਾਰਾਜ ਕਹਿੰਦੇ ਨਾਮ ਅੰਮ੍ਰਿਤ ਪਰਮੇਸ਼ਰ ਦਾ ਮਿੱਠਾ ਲੱਗਦਾ ਹੈ। ਆਨ ਦਿਨ ਭੋਗੇ ਹਉਮੈ ਮਾਰ। ਜਿਹੜਾ ਜੀਵ ਰਾਤ ਵੀ ਦਿਨੇ ਵੀ ਪਦਾਰਥਾਂ ਨੂੰ ਭੋਗਣ ਵਿੱਚ ਲੱਗਾ ਰਹਿੰਦਾ, ਜਾਂ ਫਿਰ ਵਿਸ਼ੇ ਪਦਾਰਥ ਸੰਸਾਰ ਦੇ ਸੁੱਖਾਂ ਨੂੰ ਭੋਗਣ ਵਿੱਚ ਲੱਗਾ ਰਹਿੰਦਾ, ਮਹਾਰਾਜ ਕਹਿੰਦੇ ਹਉਮੈ ਮਾਰ। ਉਹ ਹੰਗਤਾ ਮਮਤਾ ਕਰਕੇ ਬਾਰ-ਬਾਰ ਮਾਰਿਆ ਜਾਂਦਾ ਹੈ। ਹੰਕਾਰ ਦੇ ਨਸ਼ੇ ਵਿੱਚ ਫਿਰਨੇ ਕਰਕੇ, ਹਉਮੈ ਦੇ ਕਰਕੇ ਬਾਰ-ਬਾਰ ਜੀਵ ਮਰਦਾ ਹੈ। ਸਹਿਜ ਆਨੰਦ ਕਿਰਪਾ ਧਾਰ। ਅਥਵਾ ਆਨੰਦਿਨ ਭੋਗੇ ਹਉਮੈ ਮਾਰ। ਜਿਨ੍ਹਾਂ ਨੇ ਹਉਮੈ ਨੂੰ ਮਾਰ ਲਿਆ ਨਾ, ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਜਿਨ੍ਹਾਂ ਨੇ ਮਾਰ ਲਈ ਹੈ, ਮਹਾਰਾਜ ਸਾਹਿਬ ਜੀ ਦੀ ਸ਼ਬਦ ਦਾ ਅਭਿਆਸ ਕਰ ਕਰਕੇ ਜਿਨ੍ਹਾਂ ਨੇ ਹਉਮੈ ਨੂੰ ਮਾਰ ਦਿੱਤਾ, ਮਹਾਰਾਜ ਕਹਿੰਦੇ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੇ ਸਰੂਪਾਨੰਦ ਨੂੰ ਭੋਗਦੇ ਹਨ। ਰਾਤ ਵੀ ਦਿਨੇ ਵੀ ਅਨਦਿਨ ਭੋਗੈ ਹਉਮੈ ਮਾਰ। ਪ੍ਰਮਾਤਮਾ ਦੇ ਨਾਮ ਦਾ ਆਨੰਦ ਭੋਗਦੇ, ਮਾਣਦੇ ਹੈ, ਪਰਮੇਸ਼ਰ ਦੇ ਸਰੂਪਾਨੰਦ ਨੂੰ ਮਾਣਦੇ ਹਨ, ਜੋ ਹਉਮੈ ਨੂੰ ਦਵੈਸ਼ ਨੂੰ ਮਾਰ ਲੈਂਦੇ ਹਨ। ਸਹਿਜ ਆਨੰਦ ਕਿਰਪਾ ਧਾਰ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਧਾਰਨ ਕਰਦਾ, ਉਹਨਾਂ ਨੂੰ ਸਹਿਜ ਸੋਤੇ ਸਿੱਧ ਹੀ ਹਿਰਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਆਨੰਦ ਕਿਰਪਾ ਧਾਰ। ਜਿਨ੍ਹਾਂ ਤੇ ਸਾਧ ਸੰਗਤ ਜੀ ਪ੍ਰਮਾਤਮਾ ਨੇ ਕਿਰਪਾ ਧਾਰਨ ਕੀਤੀ ਹੈ, ਉਹਨਾਂ ਨੂੰ ਸਹਿਜ ਹਿਰਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਸਹਿਜ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਜਿਸ ਕਰਕੇ ਘਣਾ ਵਾਹਿਗੁਰੂ ਨੇ ਉਹਨਾਂ ਨੂੰ ਆਨੰਦ ਬਖਸ਼ਿਸ਼ ਕੀਤਾ ਹੈ। ਨਾਮ ਰਤੇ ਸਦਾ ਸੱਚ ਪਿਆਰ। ਜੋ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਰਹਿੰਦੇ ਨੇ, ਉਹਨਾਂ ਨੂੰ ਸਦਾ ਹੀ ਹਿਰਦੇ ਅੰਦਰ ਸੱਚਾ ਪਿਆਰ ਲੱਗਾ ਰਹਿੰਦਾ। ਸਾਧ ਸੰਗਤ ਜੀ, ਜਿਵੇਂ ਸੰਸਾਰ ਦੇ ਅੰਦਰ ਜਿਸ ਹਿਰਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਹੋਵੇ,
ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ। ਜੋ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਹ ਸਾਰੇ ਜਗਤ ਨੂੰ ਪਿਆਰਾ ਲੱਗਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝਾਕ ਝਾਕ ਆਵੈ ਜਾਵੈ। ਹੋਰ ਤਮਾਮ ਸੰਸਾਰ ਭਰ ਦੇ ਜੀਵ ਝਾਖਾ ਮਾਰਦੇ ਆਉਂਦੇ ਹੈ, ਫਿਰ ਚਲੇ ਜਾਂਦੇ ਨੇ, ਜਨਮ ਧਾਰਨ ਕਰਦੇ, ਫਿਰ ਮੌਤ ਦੇ ਮਾਰੇ ਉਹ ਮਰ ਜਾਂਦੇ ਨੇ। ਪਰ ਵਾਹਿਗੁਰੂ ਦਾ ਪਿਆਰਾ ਜੋ ਪਰਮੇਸ਼ਰ ਨੂੰ ਪਿਆਰਾ ਲੱਗਦਾ ਹੈ, ਹਰ ਇੱਕ ਜੀਵ ਉਹਦੇ ਨਾਲ ਫਿਰ ਪਿਆਰ ਕਰਦਾ। ਸਾਰੀ ਲੁਕਾਈ ਉਹਨੂੰ ਪਿਆਰ ਦੇ ਨਾਲ ਮਿਲਦੀ ਹੈ। ਨਾਮ ਰਤੇ ਸਦਾ ਸੱਚ ਪਿਆਰ, ਜੀਵ ਸਦੀਵੀ ਤੇ ਸੱਚਾ ਪਰਮੇਸ਼ਰ ਦਾ ਪਿਆਰ ਮਿਲ ਜਾਵੇਗਾ ਜੇ ਪ੍ਰਮਾਤਮਾ ਦੇ ਨਾਮ ਨੂੰ ਜਪੇਗਾ। ਹਰ ਜਪ ਪੜੀਐ ਗੁਰ ਸ਼ਬਦ ਵਿਚਾਰ। ਪਰਮੇਸ਼ਰ ਦਾ ਨਾਮ ਬਾਣੀ ਸਰੀਰ ਕਰਕੇ ਜਾਪ ਕਰ, ਪਰਮੇਸ਼ਰ ਨੂੰ ਪੜ੍ਹਿਆ ਕਰ, ਹਿਰਦੇ ਅੰਦਰ ਵਿਚਾਰ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਰਸਨਾ ਦੁਆਰਾ ਜਾਪ ਕਰਿਆ ਕਰ, ਬਾਣੀ ਦੁਆਰਾ ਪ੍ਰਮਾਤਮਾ ਦੇ ਗੁਣਾਂ ਨੂੰ ਪੜ੍ਹਿਆ ਕਰ ਤੇ ਹਿਰਦੇ ਕਰਕੇ ਮਹਾਰਾਜ ਕਹਿੰਦੇ ਉਹਦੀ ਵਿਚਾਰ ਕਰਿਆ ਕਰ। ਭਾਵ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਨੂੰ ਯਾਦ ਕਰਨਾ, ਹਿਰਦੇ ਅੰਦਰ ਯਾਦ ਧਾਰਨ ਕਰਕੇ ਰੱਖਣੀ, ਰਸਨਾ ਦੁਆਰਾ ਉਹਦਾ ਜਾਪ ਕਰਨਾ। ਮਹਾਰਾਜ ਕਹਿੰਦੇ ਮੁਖ ਤੋਂ ਹਰ ਸਮੇਂ ਪੜ੍ਹਦੇ ਰਹਿਣਾ। ਇਸ ਪ੍ਰਕਾਰ ਇਹ ਤਿੰਨ ਤਰ੍ਹਾਂ ਕਰਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇਗਾ। ਮਨ ਬਾਣੀ ਸਰੀਰ ਕਰਕੇ ਹਰ ਪੱਖ ਤੋਂ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਕਰ। ਹਰ ਜਪ ਪੜੀਐ ਹਉਮੈ ਮਾਰ। ਹਰ ਜਪ ਪੜੀਐ ਗੁਰ ਸ਼ਬਦ ਵਿਚਾਰ। ਹੇ ਜੀਵ, ਹਰੀ ਪਰਮੇਸ਼ਰ ਦਾ ਜਾਪ ਜਪਣਾ ਹੈ ਨਾ, ਗੁਰੂ ਸ਼ਬਦ ਦੀ ਵਿਚਾਰ ਕਰਕੇ ਜਪਿਆ ਕਰ। ਜੇ ਪੜ੍ਹਨਾ ਹੈ ਤਾਂ ਗੁਰੂ ਸ਼ਬਦ ਦੀ ਵਿਚਾਰ ਕਰਕੇ ਪੜ੍ਹਿਆ ਕਰ, ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸੀ ਉਹਨਾਂ ਜੀਵਾਂ 'ਤੇ ਬਖਸ਼ਿਸ਼ ਕਰ ਦਿੰਦਾ ਹੈ ਜੋ ਹਿਰਦੇ ਹੋ ਕੇ ਮਹਾਰਾਜ ਸਾਹਿਬ ਜੀ ਦੀ ਸ਼ਬਦ ਦੀ ਵਿਚਾਰ ਕਰਦੇ ਹੈ ਕਿ ਸੰਸਾਰ ਤੋਂ ਉਹ ਜੀਵ ਉਪਰਾਮ ਹੋ ਜਾਂਦਾ ਹੈ। ਸੰਸਾਰ ਦਾ ਕੋਈ ਦੁੱਖ ਤਕਲੀਫ, ਕਿਸੇ ਪ੍ਰਕਾਰ ਦਾ ਵਿਘਨ, ਕੋਈ ਔਕੜ ਨਹੀਂ ਉਹ ਜੀਵ ਨੂੰ ਵਿਆਪਦੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਬਦ ਦੀ ਵਿਚਾਰ ਕਰਦਾ। ਤੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਜਪ ਪੜੀਐ ਹਉਮੈ ਮਾਰ। ਜੇ ਗੁਰੂ ਸ਼ਬਦ ਨੂੰ ਪੜ੍ਹ ਕੇ ਵਿਚਾਰ ਕਰਕੇ ਪਰਮੇਸ਼ਰ ਦਾ ਜਾਪ ਕੀਤਾ ਜਾਵੇ, ਹਉਮੈ ਮਾਰ, ਹਉਮੈ ਨੂੰ ਮਾਰਿਆ ਜਾ ਸਕਦਾ ਹੈ। ਹੇ ਜੀਵ, ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਮਾਰ ਲਿਆ, ਹੰਗਤਾ ਮਮਤਾ ਤੋਂ ਰਹਿਤ ਹੋ ਗਏ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਾਪ ਨੂੰ ਜਪਿਆ ਹੈ। ਵਿਕਾਰਾਂ ਨੂੰ ਜ਼ਬਤ ਕਰਨ ਵਾਲਾ ਜਪਣੇ ਯੋਗ ਜਾਪ ਜਿਨ੍ਹਾਂ ਨੇ ਵਾਹਿਗੁਰੂ ਦਾ ਜਪ ਲਿਆ ਹੈ। ਹਰ ਜਪੀਐ ਭੈ ਸੱਚ ਪਿਆਰ। ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਜਪਿਆ ਹੈ ਨਾ, ਉਹਨਾਂ ਦਾ ਪ੍ਰਮਾਤਮਾ ਦੇ ਨਾਲ ਸੱਚਾ ਪਿਆਰ ਲੱਗ ਗਿਆ। ਜਿਨ੍ਹਾਂ ਨੇ ਹਿਰਦੇ ਹੋ ਕੇ ਜਪਿਆ, ਨਹੀਂ ਤੇ ਸਾਧ ਸੰਗਤ ਜੀ ਸੰਸਾਰ ਦੇ ਨਾਲ ਤਾਂ ਪਿਆਰ ਹਰ ਸਮੇਂ ਬਣਿਆ ਰਹਿੰਦਾ ਹੈ, ਪਰ ਸੰਸਾਰ ਨੂੰ ਪੈਦਾ ਕਰਨ ਵਾਲਾ, ਸੰਸਾਰ ਦੇ ਅੰਦਰ ਵਰਤਣ ਵਾਲਾ, ਸੰਸਾਰ ਦੀ ਪਰਵਰਿਸ਼ ਕਰਨ ਵਾਲਾ ਉਹ ਪ੍ਰਮਾਤਮਾ, ਉਸ ਵਾਹਿਗੁਰੂ ਦੇ ਨਾਲ ਜੀਵ ਦਾ ਪਿਆਰ ਨਹੀਂ ਲੱਗਦਾ। ਜਿਵੇਂ ਹਜ਼ੂਰ ਦਾ ਬਚਨ ਪੜ੍ਹਦੇ ਹਨ, ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਤਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਪਰ ਦਾਤਾ ਵਿਸਰ ਜਾਂਦਾ। ਦਾਤਾਂ ਲੈਣ ਦੇ ਵਾਸਤੇ ਭਾਵੇਂ ਉਹ ਦਾਤੇ ਨੂੰ ਚੇਤੇ ਕਰਦਾ ਸੀ, ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਦਾ ਸੀ, ਬੇਨਤੀਆਂ ਜੋਦੜੀਆਂ ਕਰਦਾ ਸੀ, ਪਰ ਜਦੋਂ ਦਾਤਾਂ ਮਿਲ ਗਈਆਂ ਫਿਰ ਦਾਤਾ ਵਿਸਰ ਗਿਆ। ਐਸਾ ਮੋਹ ਮਮਤਾ ਦਾ ਪਰਦਾ ਮੱਤ 'ਤੇ ਪੈ ਗਿਆ, ਫਿਰ ਪ੍ਰਮਾਤਮਾ ਨੂੰ ਕਦੇ ਯਾਦ ਕੀਤਾ ਹੀ ਨਹੀਂ, ਪ੍ਰਮਾਤਮਾ ਨੂੰ ਕਦੇ ਵੀ ਫਿਰ ਸਿਮਰਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪ੍ਰਮਾਤਮਾ ਦਾ ਜਾਪ ਕਰੀਏ ਫਿਰ ਸੱਚਾ ਪਿਆਰ ਲੱਗ ਜਾਂਦਾ। ਫਿਰ ਦਾਤਾਂ ਵਿੱਚ ਹੁੰਦਿਆਂ ਹੋਇਆ ਵੀ ਕਦੇ ਦਾਤਾ ਵਿਸਰਦਾ ਨਹੀਂ ਹੈ। ਸਭ ਕੁਝ ਹੋਣ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਫਿਰ ਪ੍ਰਮਾਤਮਾ ਦਾ ਪਿਆਰ ਨਹੀਂ ਟੁੱਟਦਾ। ਨਾਨਕ ਨਾਮ ਗੁਰਮਤਿ ਔਰ ਧਾਰ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਨੇ, ਹੇ ਜੀਵ, ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਧਾਰਨ ਕਰ। ਧਾਰਨ ਕਿਵੇਂ ਕਰਨਾ ਹੈ? ਗੁਰਮਤਿ ਦੁਆਰਾ। ਮਨ ਮੱਤਾਂ ਕਰਕੇ ਨਹੀਂ ਪ੍ਰਮਾਤਮਾ ਦਾ ਨਾਮ ਹਿਰਦੇ ਅੰਦਰ ਧਾਰਨ ਕੀਤਾ ਜਾ ਸਕਦਾ। ਗੁਰਮਤਿ ਤੋਂ ਬਿਨਾਂ ਕਦੇ ਵਾਹਿਗੁਰੂ ਦੀ ਯਾਦ ਹਿਰਦੇ ਅੰਦਰ ਵਸਾਈ ਹੀ ਨਹੀਂ ਜਾ ਸਕਦੀ। ਜਦੋਂ ਤੱਕ ਮਨ ਮੱਤਾਂ ਕਰਦਾ, ਮਹਾਰਾਜ ਕਹਿੰਦੇ ਮਨ ਪਿੱਛੇ ਲੱਗਦਾ, ਮਨ ਨੂੰ ਆਪਣਾ ਮੁਖੀ ਬਣਾ ਕਰਕੇ ਪਿੱਛੇ ਪਿੱਛੇ ਤੁਰਿਆ ਫਿਰਦਾ,
ਉਦੋਂ ਤੱਕ ਕਦੇ ਵੀ ਤੇਰੀ ਜ਼ਿੰਦਗੀ ਦੀ ਸਫਲਤਾ ਨਹੀਂ ਹੋ ਸਕਦੀ। ਉਦੋਂ ਤੱਕ ਕਦੇ ਤੂੰ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚ ਨਹੀਂ ਸਕੇਂਗਾ ਜਦੋਂ ਤੱਕ ਜ਼ਿੰਦਗੀ ਵਿੱਚ ਮਨ ਨੂੰ ਖੁਸ਼ ਕਰਨ ਵਾਸਤੇ ਬਾਰ-ਬਾਰ ਲੱਗਾ ਰਹੇਗਾ। ਇਸ ਲਈ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਨਾਨਕ ਨਾਮ ਗੁਰਮਤਿ ਉਰ ਧਾਰ, ਗੁਰਮਤਿ ਦੁਆਰਾ ਆਪਣੇ ਹਿਰਦੇ ਅੰਦਰ ਧਾਰਨ ਕਰ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਜਪ ਪੜੀਐ ਗੁਰ ਸ਼ਬਦ ਵਿਚਾਰ, ਹਰ ਜਪ ਪੜੀਐ ਹਉਮੈ ਮਾਰ। ਹਰ ਜਪੀਐ ਭਏ ਸੱਚ ਪਿਆਰ, ਨਾਨਕ ਨਾਮ ਗੁਰਮਤਿ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।